ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ, ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੁ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਤਦ, ਬੰਦੋਂ ਕਰ ਅਨਰਾਗ। ਏਕ ਓੰਕਾਰ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਇਕਮਾਲ ਪਤਿਤ ਪਾਵਨ ਭਗਤ ਵਸ਼ਲ 10 ਗੁਰੂ ਸਾਹਿਬਾਨ ਦੇ ਆਤਮਿਕ ਸਵਰੂਪ ਕਲਯੁਗੀ ਜੀਵਾਂ ਨੂੰ ਤਾਰਨਹਾਰੇ ਗਿਆਨ ਦੇ ਮੁਜੱਸਮੇ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਿੰਨਾਂ ਦੀ ਪਵਿੱਤਰ ਹਜ਼ੂਰੀ ਅੰਦਰ ਬਾਣੀ ਕੇ ਬੋਹੇ ਥੇ ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਸੰਤ ਸਿਪਾਹੀ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ, ਜਿਸ ਦੇ ਸਾਨੂੰ ਦਰਸ਼ਨ ਦੀਦਾਰੇ ਔਰ ਪਾਵਨ ਅਸਥਾਨ 'ਤੇ ਸੇਵਾ ਕਰਨ ਦਾ ਸੁਭਾਗ, ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ। ਭਾਗਾਂ ਵਾਲੇ ਹਾਂ, ਗਰੀਬ ਨਿਵਾਜ ਸਤਿਗੁਰੂ ਜੀ ਮਿਹਰ ਕਰਨ, ਸਭਨਾਂ ਦੀ ਯਾਤਰਾ ਹਾਜ਼ਰੀ ਚਰਨਾਂ 'ਤੇ ਪ੍ਰਵਾਨ ਕਰਨ। ਸ਼ਾਮ ਦੇ ਦੀਵਾਨਾਂ ਦੀ ਆਰੰਭਤਾ ਹੋਈ ਹੈ ਔਰ ਸਭ ਤੋਂ ਪਹਿਲਾਂ ਅਸੀਂ ਗੁਰ ਇਤਿਹਾਸ ਦੇ ਨਾਲ ਜੁੜਦੇ ਹਾਂ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਨਵਾਂ ਅਧਿਆਇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੇ ਜੀਵਨ ਦੇ ਵਿੱਚੋਂ ਆਪਾਂ ਇਹ ਬਚਨ, ਇਹ ਇਤਿਹਾਸ ਸਰਵਣ ਕਰ ਰਹੇ ਸੀ ਕਿ ਸਤਿਗੁਰੂ ਜੀ ਪਾਤਸ਼ਾਹ ਜੀ ਲੰਮੇ ਸਮੇਂ ਤੋਂ ਬਾਅਦ ਆਪਣੇ ਪਰਿਵਾਰ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਛੱਡ ਕੇ ਤੇ ਮਾਲਵੇ ਕਈ ਥਾਵਾਂ 'ਤੇ ਗਏ, ਬੇਅੰਤ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੱਤੇ ਔਰ ਇੱਕ ਬਹੁਤ ਵੱਡਾ ਯੁੱਧ ਕੀਤਾ ਹੈ। ਬੇਅੰਤ ਗੁਰੂ ਕੇ ਸਿੱਖਾਂ ਨੂੰ ਤਾਰ ਕੇ ਇੱਕ ਵੱਡਾ ਜੰਗ ਜਿੱਤ ਕੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਪਾਤਸ਼ਾਹ ਜੀ ਵਾਪਸ ਪਹੁੰਚੇ ਹਨ ਆਪਣੇ ਪਰਿਵਾਰ ਦੇ ਕੋਲ, ਸੰਗਤਾਂ ਦੇ ਕੋਲ। ਸੰਗਤ ਬੜੀ ਪ੍ਰਸੰਨ ਹੋਈ ਹੈ ਔਰ ਆਪਾਂ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕਰ ਰਹੇ ਸੀ ਕਿ ਜੈਸੇ ਜਦੋਂ ਸ਼੍ਰੀ ਰਾਮ ਚੰਦਰ ਜੀ ਬਨਵਾਸ ਤੋਂ ਵਾਪਸ ਆਏ ਸਨ ਤੇ ਅਯੁੱਧਿਆ ਦੇ ਲੋਕਾਂ ਨੇ ਸ਼੍ਰੀ ਰਾਮ ਚੰਦਰ ਜੀ ਇੱਕ ਤਾਂ ਬਹੁਤ ਵੱਡਾ ਯੁੱਧ ਜਿੱਤੇ ਹਨ ਜੋ ਰਾਵਣ ਦੇ ਨਾਲ ਉਹਨਾਂ ਨੇ ਲੜਿਆ ਔਰ ਇੱਕ ਲੰਮੇ ਸਮੇਂ ਤੋਂ ਬਾਅਦ ਵਾਪਸ ਆਏ ਸਨ, ਇਸ ਕਰਕੇ ਬਹੁਤ ਵੱਡਾ ਆਦਰ ਮਾਣ। ਉਸੇ ਤਰ੍ਹਾਂ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਪਾਤਸ਼ਾਹ ਜੀ ਜਦੋਂ ਵਾਪਸ ਆਏ ਹਨ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਸੰਗਤ ਨੇ ਪਹਿਲਾਂ ਸੁਣਿਆ ਸੀਗਾ ਕਿ ਛੇਵੇਂ ਪਾਤਸ਼ਾਹ ਜੀ ਨੇ ਬਹੁਤ ਵੱਡਾ ਜੰਗ ਕੀਤਾ ਹੈ ਬਾਦਸ਼ਾਹ ਦੀ ਫੌਜ ਦੇ ਨਾਲ, ਗਰੀਬ ਨਿਵਾਜ ਜੰਗ ਜਿੱਤੇ ਹਨ। ਇਸ ਕਰਕੇ ਸੰਗਤਾਂ ਦੇ ਮਨ ਦੇ ਵਿੱਚ ਵੀ ਉਤਨਾ ਹੀ ਉਤਸ਼ਾਹ ਹੈ ਜਿਤਨਾ ਕਦੇ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਲੰਮੇ ਸਮੇਂ ਬਾਅਦ ਵਾਪਸ ਆਏ ਸਨ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ। ਜਿਵੇਂ ਉਦੋਂ ਸੰਗਤਾਂ ਦੇ ਮਨ ਦੇ ਵਿੱਚ ਚਾਉ ਸੀਗਾ ਜਾਂ ਲੋਕਾਂ ਦੇ ਮਨ ਦੇ ਵਿੱਚ ਉਦੋਂ ਚਾਉ ਸੀਗਾ ਜਦੋਂ ਰਾਮ ਚੰਦਰ ਜੀ ਵਾਪਸ ਆਏ ਸਨ, ਇੰਨਾ ਵੱਡਾ ਉਮਾਹ ਸੰਗਤਾਂ ਦੇ ਵਿੱਚ ਹੈ ਜਦੋਂ ਪਾਤਸ਼ਾਹ ਜੀ ਹੁਣ ਤੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗਰੀਬ ਨਿਵਾਜ ਸ਼੍ਰੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਵਿਰਾਜੇ ਹਨ। ਵੱਡੀ ਗਿਣਤੀ ਦੇ ਵਿੱਚ ਸੰਗਤ ਇਕੱਤਰ ਹੋਈ ਹੈ। ਫਿਰ ਸੰਗਤ ਨੂੰ ਬਾਬਾ ਬਿਧੀ ਚੰਦ ਜੀ ਨੇ ਸਾਰਾ ਜਿਸ ਤਰ੍ਹਾਂ ਜੰਗ ਹੋਇਆ ਮਾਲਵੇ ਦੀ ਧਰਤੀ 'ਤੇ ਵੱਖਰੇ ਵੱਖਰੇ ਥਾਵਾਂ 'ਤੇ ਵਿਚਰੇ, ਕਿਹੜੇ ਕਿਹੜੇ ਗੁਰੂ ਕੇ ਸਿੱਖ ਨੂੰ ਤਾਰਿਆ ਜਾਂ ਕਿਵੇਂ ਕਿਵੇਂ ਪਾਤਸ਼ਾਹ ਜੀ ਨੇ ਜੰਗ ਕੀਤਾ, ਗੁਰੂ ਕੇ ਜਰਨੈਲ ਯੋਧੇ ਕਿਵੇਂ ਲੜੇ, ਉਹ ਸਾਰਾ ਹਾਲ ਸੁਣਾਇਆ ਹੈ। ਇਸੇ ਤਰ੍ਹਾਂ ਪੈਂਦੇ ਖਾਂ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕੀਤੀ, ਪਾਤਸ਼ਾਹ ਤੁਸੀਂ
ਇੰਨੇ ਭਿਆਨਕ ਏਡੇ ਵੱਡੇ ਜੰਗ ਹੋਏ, ਤੁਸੀਂ ਮੈਨੂੰ ਯਾਦ ਨਹੀਂ ਕੀਤਾ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪੈਂਦੇ ਖਾਂ ਜਦੋਂ ਪਹਿਲਾ ਜੰਗ ਹੋਇਆ ਸੀਗਾ ਤੇ ਉਹਨੇ ਸਾਥ ਤਾਂ ਦਿੱਤਾ, ਪਰ ਬਾਅਦ ਵਿੱਚ ਵਾਰ-ਵਾਰ ਕਹਿ ਰਿਹਾ ਸੀਗਾ ਕਿ ਗੁਰੂ ਕਾ ਜਿਹੜਾ ਜੰਗ ਹੋਇਆ ਹੈ, ਜੇ ਜਿਹਦੀ ਜਿੱਤ ਪ੍ਰਾਪਤ ਹੋਈ ਹੈ, ਇਸ ਕਰਕੇ ਹੋਈ ਹੈ ਕਿ ਮੈਂ ਪਾਤਸ਼ਾਹ ਜੀ ਦੇ ਵਾਲੇ ਪਾਸੇ ਸੀਗਾ, ਅੱਗੇ ਹੋ ਕੇ ਲੜਿਆ ਹਾਂ, ਮੇਰੇ ਕਰਕੇ ਸਤਿਗੁਰੂ ਜੀ ਜਿੱਤੇ ਹਨ। ਬਹੁਤ ਵੱਡਾ ਹੰਕਾਰ ਇਹਦੇ ਮਨ ਦੇ ਵਿੱਚ ਆ ਗਿਆ ਹੈ। ਛੇਵੇਂ ਪਾਤਸ਼ਾਹ ਜੀ ਨੇ ਫਿਰ ਹੁਣ ਜਦੋਂ ਜੰਗ ਹੋਏ, ਗੱਲ ਤਾਂ ਥਾਪੜੇ ਦੀ ਹੈ, ਸਤਿਗੁਰਾਂ ਦੀ ਬਖਸ਼ਿਸ਼ ਦੀ ਹੈ। ਆਪਾਂ ਕਈ ਵਾਰ ਬਚਨ ਸਾਂਝਾ ਕੀਤਾ ਹੈ, ਇੱਥੇ ਸਰੀਰਕ ਤੌਰ 'ਤੇ ਕੋਈ ਬਲੀ ਹੋਵੇ, ਇਸ ਚੀਜ਼ ਦਾ ਕੋਈ ਹੰਕਾਰ ਨਹੀਂ ਹੈ। ਗੁਰੂ ਘਰ ਦੇ ਵਿੱਚ ਅਜਬ ਕੰਮ ਹੁੰਦੇ ਹਨ, ਅਜਬ ਹੈਰਾਨੀ ਵਾਲੇ ਅਨੋਖੇ ਚੋਜ ਇੱਥੇ ਹੁੰਦੇ ਹਨ। ਇੱਥੇ ਤਾਂ ਗੁਰੂ ਕੀ ਬਖਸ਼ਿਸ਼ ਵਰਤਦੀ ਹੈ, ਕੀੜੀ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹਾ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਇੱਥੇ ਤਾਂ ਕਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੇਖੋ, ਸਰੀਰਕ ਤੌਰ 'ਤੇ ਬਹੁਤ ਵੱਡਾ ਬਲੀ ਦੁਨੀ ਚੰਦ ਇੱਕ ਭਿਆਨਕ ਹਾਥੀ ਨੂੰ ਆਉਂਦਿਆਂ ਹੋਇਆਂ ਵੇਖ ਕੇ ਡਰ ਕੇ ਦੌੜ ਜਾਂਦਾ ਹੈ, ਤੇ ਇੱਕ ਛੋਟੇ ਜਿਹੇ ਸਰੀਰ ਵਾਲਾ ਸਤਿਗੁਰੂ ਦੇ ਥਾਪੜੇ ਦੇ ਨਾਲ ਭਾਈ ਬਚਿੱਤਰ ਸਿੰਘ ਹਾਥੀ ਦੇ ਨਾਲ ਮੁਕਾਬਲਾ ਕਰਕੇ ਜਿੱਤ ਜਾਂਦਾ ਹੈ। ਇੱਥੇ ਇਹ ਨਹੀਂ ਹੈ ਕਿ ਸਰੀਰਕ ਤੌਰ 'ਤੇ ਕੋਈ ਵੱਡਾ ਕਿਹੜਾ ਹੈ ਤੇ ਛੋਟਾ ਕਿਹੜਾ ਹੈ। ਇਹ ਤਾਂ ਸਤਿਗੁਰੂ ਜੀ ਜਿਹਦੇ ਉੱਤੇ ਹੱਥ ਰੱਖਦੇ, ਗਰੀਬ ਨਿਵਾਜ ਜਿਹਦੇ ਉੱਤੇ ਬਖਸ਼ਿਸ਼ ਕਰਦੇ, ਉਹ ਫਿਰ ਵੱਡੀਆਂ ਵੱਡੀਆਂ ਸ਼ਕਤੀਆਂ ਦੇ ਨਾਲ ਟਕਰਾ ਸਕਦਾ ਹੈ, ਲੜਨ ਦੀ ਸਮਰੱਥਾ ਰੱਖਦਾ ਹੈ। ਬਖਸ਼ਿਸ਼ ਸਤਿਗੁਰਾਂ ਦੀ ਹੈ, ਥਾਪੜਾ ਸਤਿਗੁਰਾਂ ਦਾ ਹੈ। ਹੁਣ ਛੇਵੇਂ ਖਾਂ ਹੰਕਾਰ ਕਰਦਾ ਹੈ ਤੇ ਸਤਿਗੁਰਾਂ ਨੇ ਜੰਗ ਦੇ ਵਿੱਚ ਉਹਨੂੰ ਸੱਦਿਆ ਹੀ ਨਹੀਂ ਹੈ, ਤੇ ਆਪਣੇ ਸੇਵਕ ਬਾਬਾ ਵਿਧੀ ਚੰਦ ਜੀ ਵਰਗੇ ਔਰ ਭਾਈ ਜੇਠਾ ਜੀ ਵਰਗੇ, ਭਾਈ ਜਾਤੀ ਮਲਕ ਜੀ ਵਰਗੇ, ਔਰ ਇਸੇ ਤਰ੍ਹਾਂ ਰਾਏ ਜੋਧ ਸ਼ਾਹ, ਰਾਏ ਸਲੀਮ ਸ਼ਾਹ ਔਰ ਬੇਅੰਤ ਗੁਰੂ ਕੇ ਹੋਰ ਸੇਵਕ, ਜਿਨ੍ਹਾਂ ਉੱਤੇ ਫਿਰ ਛੇਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਔਰ ਉਹ ਬਹੁਤ ਵੱਡੀ ਸੈਨਾ ਦੇ ਨਾਲ ਟਕਰਾਏ ਤੇ ਕੇਵਲ ਲੜੇ ਹੀ ਨਹੀਂ, ਬਹੁਤ ਵੱਡੀ ਜਿੱਤ ਵੀ ਪ੍ਰਾਪਤ ਕਰਕੇ ਉਹਨਾਂ ਨੇ ਦਿਖਾਈ ਹੈ। ਗਰੀਬ ਨਿਵਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਿਹਰ ਹੈ, ਕਿਰਪਾ ਹੈ। ਹੁਣ ਸਹਿਬ ਪਾਤਸ਼ਾਹ ਗਰੀਬ ਨਿਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਸਭਾਏਮਾਨ ਹਨ। ਔਰ ਆਓ, ਇੱਕ ਜਿਹੜੀ ਰਾਸ ਹੈ ਉਹ ਸਮਾਪਤ ਹੋਈ ਹੈ, ਇਤਿਹਾਸ ਦਾ ਭਾਗ। ਨਵੀਂ ਜਿਹੜੀ ਰਾਸ ਹੈ ਉਹਦੀ ਆਰੰਭਤਾ ਹੋਈ ਹੈ ਇਤਿਹਾਸ ਦੀ। ਸਭ ਤੋਂ ਪਹਿਲਾਂ ਕਵੀ ਜੀ ਨੇ ਵੱਖ-ਵੱਖ ਗੁਰੂ ਸਾਹਿਬਾਨਾਂ ਦੇ ਚਰਨਾਂ ਦੇ ਵਿੱਚ ਮੰਗਲਾਚਰਨ ਇੱਕ ਉਸਤਤ ਕੀਤੀ ਹੈ, ਵਡਿਆਈ ਕੀਤੀ ਹੈ। ਉਸ ਤੋਂ ਬਾਅਦ ਅਗਲੇਰਾ ਜਿਹੜਾ ਇਤਿਹਾਸ ਹੈ ਉਹਦੀ ਆਰੰਭਤਾ ਹੋਈ ਹੈ। ਆਓ ਅਗਲੇ ਜਿਹੜੇ ਬਚਨ ਹਨ, ਅਗਲਾ ਜਿਹੜਾ ਇਤਿਹਾਸ ਹੈ, ਛੇਵੇਂ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਪਹੁੰਚ ਗਏ ਹਨ। ਬੇਅੰਤ ਸੰਗਤ ਆ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਦੀ ਹੈ, ਤੇ ਸੈਨਾ ਜਾਂ ਸਤਿਗੁਰੂ ਜੀ ਜਿਨ੍ਹਾਂ ਨੇ ਜੰਗ ਜਿੱਤਿਆ ਹੈ ਉਹ ਬਚਨ ਸੁਣ ਕੇ ਨਿਹਾਲ ਹੁੰਦੀ ਹੈ। ਉੱਥੇ ਗਰੀਬ ਨਿਵਾਜ ਸਤਿਗੁਰੂ ਜੀ ਘਰ ਦੇ ਵਿੱਚ ਪਹੁੰਚੇ ਹਨ। ਸਾਰੇ ਖੁਸ਼ ਪ੍ਰਸੰਨ ਗੁਰੂ ਕੇ ਸਾਹਿਬਜ਼ਾਦੇ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਗੁਰੂ ਤੇਗ ਬਹਾਦਰ ਜੀ, ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਕੇ ਪ੍ਰਸੰਨ ਹੋਏ, ਖੁਸ਼ ਹੋਏ। ਅਗਲੇਰਾ ਜਿਹੜਾ ਇਤਿਹਾਸ ਹੈ ਭਾਵਨਾ ਸਹਿਤ ਸਰਵਣ ਕਰੀਏ ਜੀ। ਇੱਕ ਵਾਰੀ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। और राय राम कोयल ਜਿਹੜਾ ਗੁਰੂ का प्यारा सिख है बाबा विधि चंद जी बेअंत बचन सुनाते हैं छेवें पातशाह जी की कृपा दे। इस तरह गुरु का प्यारा सिख ये भी संगतां नूं छेवें पातशाह धन गुरु हरगोबिंद साहिब जी की महिमा
ਔਰ ਗੁਰੂ ਕੇ ਪਿਆਰੇ ਸਿੱਖਾਂ ਦਾ ਮਹਾਨ ਜਿਹੜਾ ਇਤਿਹਾਸ ਹੈ ਆਉਣ ਵਾਲੇ ਗੁਰਮੁਖਾਂ ਨੂੰ ਸੁਣਾਉਂਦਾ ਹੈ ਤੇ ਸਿੱਖ ਸੁਣ ਸੁਣ ਕੇ ਉਹਨਾਂ ਦੇ ਮਨ ਦੇ ਵਿੱਚ ਭਾਰੀ ਖੁਸ਼ੀ ਪੈਦਾ ਹੁੰਦੀ ਹੈ ਤੇ ਸਿੱਖਾਂ ਦਾ ਮਨ ਤ੍ਰਿਪਤ ਨਹੀਂ ਹੁੰਦਾ। ਦਿਲ ਕਰਦਾ ਹੈ ਕਿ ਅਸੀਂ ਹੋਰ ਵਚਨ ਸਤਿਗੁਰਾਂ ਦੇ ਘਰ ਦੀ ਵਡਿਆਈ ਉਸਤਤ ਸੁਣੀਏ। ਤ੍ਰਿਪਤ ਨਾ ਹੋਏ ਚਿਤ ਰੁਚ ਵਧੇ ਬੂਝ ਪੁਨ ਔਰੈ। ਹੋਰ ਗੁਰੂ ਕੀ ਸਿਫਤ ਸਤਿਗੁਰਾਂ ਦੀ ਵਡਿਆਈ ਇਤਿਹਾਸ ਸਰਵਣ ਕਰੀਏ, ਮਨ ਦੇ ਵਿੱਚ ਚਾਉ ਹੈ। ਤੇ ਕਹਿਣ ਲੱਗੇ ਜਿਹੜੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀ ਕਥਾ ਹੈ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੇ ਚੋਜ ਹਨ। ਸ੍ਰੀ ਹਰਗੋਬਿੰਦ ਕੀ ਕਥਾ ਸੂਰਨ ਸਿਰ ਮੌਰੰਗ। ਕਹਿਣ ਲੱਗੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੂਰਮਿਆਂ ਦੇ ਸਿਰਮੌਰ ਸੂਰਮੇ ਹਨ। ਗਰੀਬ ਨਿਵਾਜ ਪਾਤਸ਼ਾਹ ਜੀ ਯੋਧਿਆਂ ਦੇ ਵਿੱਚੋਂ ਮਹਾਨ ਯੋਧੇ ਹਨ। ਉਹਨਾਂ ਦੀ ਕਥਾ ਸੁਣ ਕੇ, ਉਹਨਾਂ ਦਾ ਜੀਵਨ ਸੁਣ ਕੇ ਮਨ ਦੇ ਵਿੱਚੋਂ ਡਰ ਖਤਮ ਹੁੰਦਾ ਹੈ ਤੇ ਜੀਵਨ ਦੇ ਵਿੱਚ ਵੀਰਤਾ ਪੈਦਾ ਹੁੰਦੀ ਹੈ, ਬਹਾਦਰੀ ਪੈਦਾ ਹੁੰਦੀ ਹੈ। ਪਾਤਸ਼ਾਹ ਜੀ ਸੂਰਮਿਆਂ ਦੇ ਸੂਰਮੇ ਹਨ। ਤੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹੁਣ ਆਪਣੇ ਘਰ ਦੇ ਵਿੱਚ ਚਲੇ ਜਾਂਦੇ ਹਨ। ਅਸਨ ਅਚਵ ਮੰਦਰ ਥਿਰੇ ਸਤਿਗੁਰ ਜਿਸ ਕਾਲਾ। ਇੱਕ ਦਿਨ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਸ਼ਾਦਾ ਪਾਣੀ ਛਕਿਆ ਹੈ, ਜਲ ਪਾਣੀ ਛਕਿਆ ਹੈ ਤੇ ਗਰੀਬ ਨਿਵਾਜ ਅਸਨ ਅਚਵ ਮੰਦਰ ਥਿਰੇ ਸਤਿਗੁਰ ਜਿਸ ਕਾਲਾ। ਗਰੀਬ ਨਿਵਾਜ ਜਿਸ ਵੇਲੇ ਆਪਣੇ ਘਰ ਦੇ ਵਿੱਚ ਸੁਭਾਈਮਾਨ ਸਨ ਤੇ ਮਾਤਾ ਮਰਵਾਹੀ ਜੀ ਤੇ ਮਾਤਾ ਨਾਨਕ ਕੇ ਮਹਿਲ ਬੜੇ ਪਿਆਰ ਦੇ ਨਾਲ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਲੰਮੇ ਸਮੇਂ ਬਾਅਦ ਪਾਤਸ਼ਾਹ ਜੀ ਪਰਤੇ ਹਨ ਤੇ ਬੜੀ ਭਾਵਨਾ ਦੇ ਨਾਲ ਸੇਵਾ ਕਰ ਰਹੇ ਹਨ। ਇਹ ਪਾਤਸ਼ਾਹ ਗਰੀਬ ਨਿਵਾਜ ਸਾਨੂੰ ਵੀ ਸੁਣਾਵੋ ਕਿਵੇਂ ਵੱਡੀ ਵਾਰਤਾ ਹੋਈ ਹੈ। ਬੂਝਣ ਭੀ ਵਧਿਓ ਬਖੇਰਾ। ਜਦੋਂ ਤੁਸੀਂ ਮਾਲਵੇ ਦੀ ਧਰਤੀ ਤੇ ਵਿਚਰ ਰਹੇ ਸੀਗੇ, ਇਹ ਕਿਵੇਂ ਅਚਾਨਕ ਏਡਾ ਵੱਡਾ ਬਖੇੜਾ, ਇੰਨਾ ਵੱਡਾ ਝਗੜਾ ਬਾਦਸ਼ਾਹ ਦੀ ਫੌਜ ਦੇ ਨਾਲ ਪੈਦਾ ਹੋ ਗਿਆ ਸੀਗਾ ਤੇ ਜਿਸ ਦੇ ਕਰਕੇ ਬਹੁਤ ਵੱਡਾ ਜਿਹੜਾ ਲਸ਼ਕਰ ਹੈ, ਅਸੀਂ ਸੁਣਿਆ 35,000 ਦੀ ਫੌਜ ਤੁਹਾਡੇ ਤੇ ਚੜ੍ਹ ਕੇ ਆਈ ਸੀਗੀ। ਇਹ ਕਿਉਂ ਏਡਾ ਵੱਡਾ ਲਸ਼ਕਰ ਆ ਗਿਆ ਹੈ? ਤੇ ਗਰੀਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਉਸ ਵੇਲੇ ਫਿਰ ਉਹਨਾਂ ਦੇ ਬਚਨ ਸੁਣ ਕੇ ਪਾਤਸ਼ਾਹ ਜੀ ਆਪਣੇ ਮਹਿਲ ਔਰ ਗਰੀਬ ਨਿਵਾਜ ਦੇ ਸਾਹਿਬਜ਼ਾਦੇ ਉੱਥੇ ਬੈਠੇ ਹੋਏ ਹਨ। ਪਾਤਸ਼ਾਹ ਜੀ ਨੇ ਫਿਰ ਸਾਰਿਆਂ ਨੂੰ ਬੜੇ ਵਿਸਥਾਰ ਸਹਿਤ ਇਸ ਜਿਹੜਾ ਵਾਕਾ ਹੋਇਆ ਹੈ ਉਹਨੂੰ ਸਮਝਾਇਆ ਹੈ। ਕਹਿਣ ਲੱਗੇ ਵਿਧੀ ਚੰਦ ਸਾਡਾ ਜਿਹੜਾ ਪਿਆਰਾ ਸੇਵਕ ਹੈ, ਸਿੱਖ ਹੈ, ਬਹੁਤ ਬੁੱਧਵਾਨ ਹੈ। ਵਿਧੀ ਚੰਦ ਬੁੱਧਵਾਨ ਵੱਡ ਹੈ ਤਹਿ ਤੇ ਲਿਆਵਾ। ਤੇ ਕਦੇ ਜਿਹੜੀ ਸੰਗਤ ਕਾਬੁਲ ਤੋਂ ਸਾਡੇ ਵਾਸਤੇ ਘੋੜੇ ਲੈ ਕੇ ਆ ਰਹੀ ਸੀ, ਰਸਤੇ ਦੇ ਵਿੱਚ ਬਾਦਸ਼ਾਹ ਦੇ ਅਹਿਲਕਾਰ ਹੰਕਾਰੇ ਹੋਏ ਜਿਹੜੇ ਸਨ, ਉਹਨਾਂ ਨੇ ਖੋਹ ਲਏ ਸਨ ਘੋੜੇ। ਤੇ ਸੰਗਤਾਂ ਦੇ ਮਨ ਦੇ ਵਿੱਚ ਇੱਛਾ ਸੀਗੀ ਤੇ ਬਾਬਾ ਵਿਧੀ ਚੰਦ ਜੀ ਨੇ ਇਹ ਸੇਵਾ ਲਈ ਕਿ ਬਾਦਸ਼ਾਹ ਦੇ ਕਿਲੇ ਦੇ ਵਿੱਚੋਂ ਘੋੜੇ ਮੈਂ ਕੱਢ ਕੇ ਲੈ ਕੇ ਆਵਾਂਗਾ। ਬੁੱਧੀ ਦੇ ਨਾਲ ਵਿਧੀ ਚੰਦ ਜੀ ਨੇ ਬਾਦਸ਼ਾਹ ਦੇ ਕਿਲੇ ਦੇ ਵਿੱਚੋਂ ਘੋੜੇ ਕੱਢਣ ਵਾਸਤੇ ਉਹ ਗਏ ਸਨ। ਤੇ ਕਹਿਣ ਲੱਗੇ ਸ਼ਾਹਜਹਾਨ ਦੇ ਕਿਲੇ ਦੇ ਵਿੱਚ ਬਾਬਾ ਵਿਧੀ ਚੰਦ ਜੀ ਲੰਮਾ ਸਮਾਂ ਰਹੇ ਸਨ ਤੇ ਪਹਿਲਾਂ ਘਾਈ ਬਣ ਕੇ ਉਹਨਾਂ ਨੇ ਉੱਥੇ ਨੌਕਰੀ ਲਈ ਬਹੁਤ ਵੱਡੀ ਘੋੜਿਆਂ ਦੀ ਸੇਵਾ ਕੀਤੀ ਹੈ। ਤੇ ਬੜਾ ਚਿਰ ਦਾ ਲਾਉਂਦੇ ਰਹੇ, ਕਿਹੜਾ ਵੇਲਾ ਹੋਵੇ ਕਿ ਮੈਂ ਘੋੜੇ ਨੂੰ ਕੱਢਣ ਦੇ ਵਿੱਚ ਕਾਮਯਾਬ ਹੋਵਾਂ। ਕਈ ਢੰਗ, ਕਈ ਤਰੀਕੇ ਬਾਬਾ ਵਿਧੀ ਚੰਦ ਜੀ ਨੇ ਉੱਥੇ ਰਹਿ ਕਰਕੇ ਸੋਚੇ ਸਨ। ਤੇ ਫਿਰ ਇੱਕ ਦਿਨ ਬੜੀ ਬਹਾਦਰੀ ਦੇ ਨਾਲ
ਕਿਲੇ ਦੀਆਂ ਜਿਹੜੀਆਂ ਉੱਚੀਆਂ ਦੀਵਾਰਾਂ ਸਨ, ਉਹਨਾਂ ਦੇ ਉੱਪਰ ਦੀ ਘੋੜੇ ਦੀ ਛਾਲ ਮਰਾ ਕੇ ਪਾਣੀ ਦੇ ਵਿੱਚ ਠੇਲ ਕੇ ਘੋੜਾ ਰਾਵੀ ਦੇ ਵਿੱਚ, ਤੇ ਬਾਬਾ ਬਿਧੀ ਚੰਦ ਜੀ ਫਿਰ ਘੋੜਾ ਲੈ ਆਏ ਸਨ। ਤੇ ਚਤੁਰ ਬਾਬਾ ਬਿਧੀ ਚੰਦ ਜੀ ਤੀਖਣ ਬੁੱਧੀ ਵਾਲੇ ਫਿਰ ਉਸੇ ਹੀ ਕਿਲੇ ਦੇ ਵਿੱਚ ਦੁਬਾਰਾ ਫਿਰ ਗਏ, ਤੇ ਹੁਣ ਕਹਿਣ ਲੱਗੇ ਕਿ ਬਾਬਾ ਬਿਧੀ ਚੰਦ ਜੀ ਪੁੰਨ ਦੂਸਰ ਕੇ ਹਿੱਤ ਗਇਓ ਬਹੁਤ ਚਤੁਰ ਨਿਸੰਗਾ, ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਦੁਬਿਧਾ ਨਹੀਂ ਸੀ, ਬੜੇ ਚਤੁਰ ਤੇਜ ਦੁਬਾਰਾ ਫਿਰ ਬਾਬਾ ਬਿਧੀ ਚੰਦ ਜੀ ਗਏ ਸਨ। ਤੇ ਬਾਅਦ ਵਿੱਚ ਖੋਜੀ ਬਣ ਕੇ, ਕਿਉਂਕਿ ਬਾਦਸ਼ਾਹ ਦੂਜੀ ਵਾਰੀ ਲੱਭ ਰਿਹਾ ਸੀ, ਕੋਈ ਖੋਜੀ ਲੱਭੇ ਜਿਹੜਾ ਮੇਰਾ ਪਹਿਲਾ ਘੋੜਾ ਗਵਾਚਾ ਹੈ ਉਹਦੀ ਦੱਸ ਪਾਵੇ। ਤੇ ਖੋਜੀ ਬਣ ਕੇ ਬਾਬਾ ਬਿਧੀ ਚੰਦ ਜੀ ਫਿਰ ਕਿਲੇ ਦੇ ਵਿੱਚ ਪ੍ਰਵੇਸ਼ ਕਰ ਗਏ, ਤੇ ਬਾਅਦ ਵਿੱਚ ਫਿਰ ਦੁਬਾਰਾ ਉਸ ਕਿ ਬਾਬਾ ਬਿਧੀ ਚੰਦ ਜੀ ਨੇ ਦੂਸਰਾ ਘੋੜਾ ਜਿਹੜਾ ਹੈ ਖੋਜੀ ਬਨ ਸਭ ਦੇਖ ਤੇ ਦੀਵਾਰ ਫਦਾਇਓ, ਦੀਵਾਰ ਦੇ ਉੱਤੋਂ ਦੀ ਉੱਚੀ ਜਿਹੜੀ ਕੰਧ ਹੈ ਉਹਦੇ ਉੱਤੋਂ ਦੀ ਟਪਾ ਕਰਕੇ ਦੂਜਾ ਘੋੜਾ ਵੀ ਬਾਬਾ ਬਿਧੀ ਚੰਦ ਜੀ ਨੇ ਲੈ ਆਂਦਾ ਹੈ। ਤੇ ਜਦੋਂ ਇਸ ਤਰ੍ਹਾਂ ਦੋਵੇਂ ਘੋੜੇ ਆ ਗਏ ਤੇ ਬਾਦਸ਼ਾਹ ਇਹ ਦੇਖ ਕੇ ਸੁਣ ਕੇ ਬੜਾ ਹੈਰਾਨ ਹੋਇਆ ਤੇ ਬਹੁਤ ਗੁੱਸੇ ਦੇ ਵਿੱਚ ਭਰ ਗਿਆ। ਇਹ ਚਿਤ ਸ਼ਾਹੋ ਰਸਾਇਓ, ਦੋਵੇਂ ਹੀ ਚਲੇ ਗਏ। ਹੈਰਾਨ ਹੋਇਆ ਹੈ, ਮਨ ਦੇ ਵਿੱਚ ਭਾਰੀ ਗੁੱਸਾ ਆਇਆ ਸੀਗਾ। ਤੇ ਇਸ ਕਾਰਨ ਕਰਕੇ ਕਿ ਮੇਰੇ ਕਿਲੇ ਦੇ ਵਿੱਚੋਂ 2 ਘੋੜੇ ਗੁਰੂ ਕਾ ਸਿੱਖ ਲੈ ਗਿਆ ਹੈ, ਤੇ ਮੈਂ ਨੂੰ ਨਹੀਂ ਛੱਡਾਂਗਾ, ਤੇ ਉਹ ਜਿਹੜੇ ਘੋੜੇ ਉਹ ਵਾਪਸ ਲਿਆਵਾਂਗਾ, ਤੇ ਕਿ 6ਵੇਂ ਪਾਤਸ਼ਾਹ ਜੀ ਨੂੰ ਪਕੜ ਕੇ ਲਿਆਂਦਾ ਜਾਵੇ, ਜਿਉਂਦਾ ਹੋਇਆ ਦਰਬਾਰ ਦੇ ਵਿੱਚ ਪੇਸ਼ ਕਰ ਦਿੱਤਾ ਜਾਵੇ ਪਾਤਸ਼ਾਹ ਜੀ ਨੂੰ। ਗਰੀਬ ਨਿਵਾਜ ਪਾਤਸ਼ਾਹ ਜੀ ਘਰ ਦੇ ਵਿੱਚ ਇਸ ਤਰ੍ਹਾਂ ਮਾਤਾਵਾਂ ਔਰ ਸਾਹਿਬਜ਼ਾਦਿਆਂ ਦੇ ਕੋਲ ਬੈਠ ਕਰਕੇ ਪਾਤਸ਼ਾਹ ਜੀ ਸਾਰੀ ਵਾਰਤਾ ਸੁਣਾ ਰਹੇ ਹਨ। ਇਹ ਕਾਰਨ ਬਣਿਆ ਸੀਗਾ ਜਿਹਦੇ ਕਰਕੇ ਫਿਰ ਬਾਦਸ਼ਾਹ ਨੇ ਬਹੁਤ ਵੱਡਾ ਲਸ਼ਕਰ ਭੇਜਿਆ ਹੈ। ਤੇ ਤੁਰਕ ਵੱਡੀ ਗਿਣਤੀ ਚੜ੍ਹਾਈ ਕਰਕੇ ਸਾਡੇ ਉੱਪਰ ਆਏ। ਤੁਰਕਾਨਾ ਬਹੁ ਗਇਓ ਹਵੈ ਕੈ ਸਮਹਾਈ, ਕਹਿਣ ਲੱਗੇ ਉਹਨਾਂ ਨੇ ਆ ਕੇ ਘਮਸਾਨ ਦਾ ਸਾਡੇ ਨਾਲ ਯੁੱਧ ਕੀਤਾ, ਧੋਖੇ ਦੇ ਨਾਲ ਰਾਤ ਹਮਲਾ ਕਰ ਦਿੱਤਾ। ਪਰ ਕਹਿਣ ਲੱਗੇ ਸਾਡੇ ਸਿੱਖ ਸੁਚੇਤ ਸਨ, ਤਿਆਰ ਬਰ ਤਿਆਰ ਸਨ, ਜਿਨ੍ਹਾਂ ਨੇ ਬਹੁਤ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ। ਵੱਡੀ ਗਿਣਤੀ ਦੇ ਜਿਹੜੇ ਤੁਰਕ ਸਨ ਉਹ ਮਿੱਟੀ ਦੇ ਵਿੱਚ ਮਿਲਾ ਦਿੱਤੇ, ਖਤਮ ਕਰ ਦਿੱਤੇ ਸਨ। ਤੇ ਉਸ ਵੇਲੇ ਫਿਰ ਮਾਤਾ ਨਾਨਕੀ ਜੀ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਹਿਲ ਬੜੇ ਹੈਰਾਨ ਹੋਏ। ਸੁਣ ਬਿਸਮਾਨੀ ਨਾਨਕੇ ਅਸ ਚੋਰ ਵਿਸਾਲਾ, ਕਹਿਣ ਲੱਗੇ ਇਤਨਾ ਚਤੁਰ ਇਤਨਾ ਤੇਜ ਪੁਰਸ਼ ਜਿਹੜਾ ਬਾਦਸ਼ਾਹ ਦੇ ਕਿਲੇ ਦੇ ਵਿੱਚੋਂ ਇਸ ਤਰ੍ਹਾਂ ਘੋੜਾ ਕੱਢ ਕੇ ਲੈ ਆਇਆ, 2 ਵਾਰੀ ਗਿਆ। ਇਤਨਾ ਤੇਜ ਇਤਨਾ ਬਹਾਦਰ ਪੁਰਸ਼ ਕਦੇ ਪਹਿਲਾਂ ਨਹੀਂ ਸੁਣਿਆ, ਜਿਨੇ ਕਿੰਨੀ ਤੀਖਣ ਬੁੱਧੀ ਦੇ ਨਾਲ ਇੰਨਾ ਵੱਡਾ ਕਾਰਜ ਕੀਤਾ ਹੈ। ਤੇ ਕਹਿਣ ਲੱਗੇ ਕਿੰਨਾ ਵੱਡਾ ਜਿਹੜਾ ਕਾਰਜ ਹੈ, ਕਿਤਨੇ ਸੌਖੇ ਢੰਗ ਦੇ ਨਾਲ ਬਾਬਾ ਬਿਧੀ ਚੰਦ ਜੀ ਜਿਹੜੇ ਮਹਾਨ ਤੁਹਾਡੇ ਸਿੱਖ ਹਨ ਉਹਨਾਂ ਨੇ ਕਰ ਦਿੱਤਾ। ਹੈਰਾਨੀ ਵਾਲੀ ਗੱਲ ਹੈ। ਤੇ ਬਾਦਸ਼ਾਹ 6ਵੇਂ ਪਾਤਸ਼ਾਹ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਕਹਿ ਰਹੇ ਹਨ, ਬਚਨ ਕਰਦੇ ਹਨ, ਬਾਦਸ਼ਾਹ ਨੇ ਸ਼ਾਹੋ ਹੈਣ ਨਰ ਗਨ ਪਿਖਤ ਰਾਖੇ ਸਾਵਧਾਨਾ, ਉਹਨਾਂ ਘੋੜਿਆਂ ਦੀ ਰਖਵਾਲੀ ਵਾਸਤੇ ਕਹਿਣ ਲੱਗੇ ਕਿ ਬਾਦਸ਼ਾਹ ਨੇ ਬੜੇ ਵੱਡੇ ਜਿਹੜੇ ਸਿਪਾਹੀ ਜਰਨੈਲ ਉਹਨਾਂ ਦੀ ਰਾਖੀ ਵਾਸਤੇ ਲਾਏ ਹੋਏ ਸਨ। ਪਰ ਤਾਂ ਵੀ ਜਿਹੜਾ ਸਾਡਾ ਸੇਵਕ ਬਾਬਾ ਬਿਧੀ ਚੰਦ ਹੈ ਉਹਨੇ ਚਤੁਰਾਈ ਦੇ ਨਾਲ ਇਹ ਵੱਡਾ ਕੰਮ ਕੀਤਾ ਹੈ। ਤੇ ਸਾਰਿਆਂ ਨੂੰ ਆਪਣੀ ਛਲ ਦੇ ਵਿੱਚ ਲੈ ਆਂਦਾ, ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਭੇਸ ਬਦਲ ਕੇ ਗਿਆ 2 ਵਾਰੀ, ਤੇ ਇਕੱਲੇ ਨੇ ਇੰਨਾ ਵੱਡਾ ਜਿਹੜਾ ਕਾਰਜ ਹੈ ਕਿਲੇ ਦੇ ਵਿੱਚੋਂ ਘੋੜੇ ਕੱਢਣ ਦਾ, ਇੱਕ ਸੇਵਕ ਗਿਆ ਚਤੁਰਾਈ ਦੇ ਨਾਲ, ਇਕੱਲੇ ਨੇ ਏਡਾ ਵੱਡਾ ਕਾਰਜ ਕੀਤਾ ਹੈ।
ਕਾਜ ਕਰ ਆਵਾ। ਹਜ਼ਾਰਾਂ ਦੀ ਗਿਣਤੀ ਸੀਗੀ ਉੱਥੇ ਲਾਹੌਰ ਕਿਲੇ ਦੇ ਆਸ ਬਹੁਤ ਵੱਡੇ ਜਰਨੈਲ ਤੇ ਸੈਨਾ ਲੱਗੀ ਹੋਈ ਸੀ। ਕਈ ਚੌਂਕੀਆਂ ਬੈਠੀਆਂ ਹੋਈਆਂ ਸਨ, ਪਹਿਰੇਦਾਰ ਥਾਂ ਥਾਂ ਤੇ ਦਰਵਾਜ਼ਿਆਂ ਤੇ। ਪਰ ਬਾਬਾ ਬਿਧੀ ਚੰਦ ਜੀ ਚਤੁਰਾਈ ਦੇ ਨਾਲ ਇਹ ਜਿਹੜਾ ਵੱਡਾ ਕਾਰਜ ਇਸ ਨੂੰ ਰਾਸ ਕਰਦੇ ਹਨ। ਕਹਿਣ ਲੱਗੇ ਇਤਨਾ ਬਹਾਦਰ ਹੈ, ਇੰਨਾ ਵੱਡਾ ਕਾਰਜ ਕੀਤਾ ਤੇ ਭੋਰਾ ਵੀ ਮਨ ਦੇ ਵਿੱਚ ਡਰ ਨਹੀਂ ਪੈਦਾ ਹੋਇਆ ਕਿ ਜੇ ਕਿਤੇ ਬਾਦਸ਼ਾਹ ਦੇ ਮੈਂ ਕਾਬੂ ਆ ਗਿਆ, ਪਕੜਿਆ ਗਿਆ ਕਿਲੇ ਦੇ ਵਿੱਚ, ਮੇਰਾ ਪਰਦਾ ਜ਼ਾਹਰ ਹੋ ਗਿਆ ਤੇ ਬਹੁਤ ਬੁਰਾ ਜਿਹੜਾ ਹਸ਼ਰ ਉਹ ਕੀਤਾ ਜਾਏਗਾ। ਇੱਕ ਤਾਂ ਘੋੜਾ ਪਹਿਲਾਂ ਲੈ ਗਿਆ ਤੇ ਜੇ ਦੂਜੀ ਵਾਰੀ ਮੈਂ ਪਕੜਿਆ ਗਿਆ ਤੇ ਮੈਨੂੰ ਜਿਉਂਦਾ ਹੋਇਆ ਨਹੀਂ ਛੱਡਿਆ ਜਾਏਗਾ। ਪਰ ਤਾਂ ਵੀ ਇਸ ਗੱਲ ਨੂੰ ਭੁਲਾ ਕਰਕੇ ਬੜੀ ਚਤੁਰਾਈ ਦੇ ਨਾਲ ਬਾਬਾ ਬਿਧੀ ਚੰਦ ਜੀ ਨੇ ਇਹ ਕਾਰਜ ਕੀਤਾ ਹੈ। ਤੇ ਇਸ ਤਰ੍ਹਾਂ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਹੈ। ਕਹਿਣ ਲੱਗੇ ਬੁੱਧੀ ਦਾ ਬਹੁਤ ਵੱਡਾ ਬਲ, ਬਹੁਤ ਵੱਡੀ ਚਤੁਰਾਈ ਬਾਬਾ ਬਿਧੀ ਚੰਦ ਜੀ ਦੇ ਕੋਲ ਹੈ। ਤੇ ਬਾਬਾ ਬਿਧੀ ਚੰਦ ਜੀ ਵਰਗਾ ਤੇਜ ਜਿਹੜਾ ਚਤੁਰ ਪੁਰਸ਼ ਹੈ, ਅਸੀਂ ਸੰਸਾਰ ਦੇ ਵਿੱਚ ਕਦੇ ਦੂਸਰਾ ਨਹੀਂ ਤੱਕਿਆ, ਦੂਸਰਾ ਨਹੀਂ ਦੇਖਿਆ ਹੈ। ਤੇ ਕਹਿਣ ਲੱਗੇ ਹੁਣ ਚੋਰੀ ਕਰਵੇ ਚਾਤੁਰੀ ਐਸੀ ਉਪਜਾਵੇ। ਬੜੇ ਚੋਰ ਜਾਂ ਇਸ ਤਰ੍ਹਾਂ ਦੇ ਸੁਣੇ ਹਨ ਜਿਹੜੇ ਬੜੀ ਚਤੁਰਾਈ ਦੇ ਨਾਲ ਕੋਈ ਵੀ ਜਿਹੜੀ ਵਸਤੂ ਉਹ ਲੈ ਜਾਂਦੇ ਹਨ। ਪਰ ਇਹ ਤਾਂ ਸਾਡੀ ਅਮਾਨਤ ਸੀਗੀ, ਪਰ ਬਾਬਾ ਬਿਧੀ ਚੰਦ ਜੀ ਨੇ ਸਾਰਿਆਂ ਤੋਂ ਅੱਖ ਬਚਾ ਕੇ ਬੜੇ ਸੁੰਦਰ ਢੰਗ ਦੇ ਨਾਲ ਚੋਰੀ ਕਰਵੇ ਚਾਤੁਰੀ ਐਸੀ ਉਪਜਾਵੇ, ਇੰਨੇ ਸਫਾਈ ਦੇ ਨਾਲ ਇਹ ਕਾਰਜ ਕੀਤਾ, ਇਹ ਕੋਈ ਵੀ ਹੋਰ ਪੁਰਸ਼ ਨਹੀਂ ਕਰ ਸਕਦਾ ਸੀਗਾ। ਤੇ ਜਿਹੜਾ ਵੀ ਸੁਣਦਾ ਹੈ, ਜਿੰਨੇ ਜਿੰਨੇ ਵੀ ਬਾਦਸ਼ਾਹ ਦੇ ਕਿਲੇ ਦੇ ਵਿੱਚ ਜਿਹਨੂੰ ਪਤਾ ਲੱਗਿਆ, ਬਾਅਦ ਵਿੱਚ ਵੀ ਜਿੰਨੇ ਜਿੰਨੇ ਸੁਣਿਆ, ਸਾਰੇ ਹੈਰਾਨ ਰਹਿ ਗਏ, ਅਚੰਭਤ ਹੋ ਗਏ। ਏਡਾ ਵੱਡਾ ਕਾਰਜ ਇੱਕ ਹੀ ਗੁਰੂ ਕਾ ਸਿੱਖ ਆ ਕੇ ਘੋੜਾ ਕੱਢ ਕੇ ਲੈ ਗਿਆ ਹੈ। ਸਾਰੇ ਹੈਰਾਨ ਰਹਿ ਗਏ ਸਨ। ਤੇ ਕਹਿਣ ਲੱਗੇ ਬਾਬਾ ਬਿਧੀ ਚੰਦ ਜੀ ਨੇ ਪਹਿਲਾਂ ਵੀ ਕਈ ਜਿਹੜੇ ਕਾਰਜ ਗੁਰੂ ਘਰ ਦੇ ਬੜੀ ਚਤੁਰਾਈ ਦੇ ਨਾਲ ਜਿੱਥੇ ਜਿੱਥੇ ਉਹਨਾਂ ਨੂੰ ਭੇਜਿਆ ਗਿਆ ਹੈ, ਤੇ ਬਾਬਾ ਬਿਧੀ ਚੰਦ ਜੀ ਨੇ ਚਤੁਰਾਈ ਦੇ ਨਾਲ ਇਹ ਸਾਰੇ ਕਾਰਜ ਕੀਤੇ ਹਨ। ਤੇ ਕਹਿਣ ਲੱਗੇ ਵੱਡੇ ਗੁਰੂ ਸਾਹਿਬਾਨਾਂ ਦੇ ਪਿਆਰੇ ਸਿੱਖ ਹੋਏ ਹਨ, ਉਹਨਾਂ ਦੇ ਚਰਨਾਂ ਦੇ ਨਾਲ ਜੁੜੇ ਸਨ ਬਾਬਾ ਬਿਧੀ ਚੰਦ ਜੀ। ਭਾਵ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਬਾਬਾ ਬਿਧੀ ਚੰਦ ਜੀ ਗੁਰੂ ਘਰ ਦੇ ਨਾਲ ਜੁੜੇ ਸਨ। ਸਿੱਖ ਬਣਿਓ ਵੱਡ ਗੁਰਨ ਕੋ ਰਣ ਸੂਰ ਉਧਾਰਾ। ਤੇ ਬਾਅਦ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਵੀ ਚੰਗੇ ਤਗੜੇ ਹੱਥ ਦਿਖਾਏ ਹਨ, ਵੱਡੇ ਸੂਰਮੇ ਬਣੇ ਹਨ। ਤੇ ਫਿਰ ਹੁਣ ਮਾਤਾ ਨਾਨਕੀ ਜੀ ਕਹਿਣ ਲੱਗੇ, ਹੇ ਪ੍ਰਭੂ, ਹੇ ਪਤੀ ਜੀ, ਬਾਬਾ ਬਿਧੀ ਚੰਦ ਜੀ ਨੂੰ ਇੱਥੇ ਬੁਲਾਵੋ। ਕਹਿਤ ਨਾਨਕੇ ਹੇ ਪ੍ਰਭੂ ਤੇ ਸਲੇਹੋ ਬੁਲਾਈ। ਕਹਿਣ ਲੱਗੇ ਅਸੀਂ ਉਹਨਾਂ ਦੇ ਕੋਲੋਂ ਸਾਰਾ ਕੁਝ ਸੁਣਨਾ ਜਾਣਨਾ ਚਾਹੁੰਦੇ ਹਾਂ, ਉਹਨਾਂ ਨੂੰ ਇੱਥੇ ਸੁਨੇਹਾ ਦੇਵੋ ਜੀ। ਤੇ ਪਹਿਲਾਂ ਵਾਲਾ ਜਿਹੜਾ ਉਹਨਾਂ ਦਾ ਜੀਵਨ ਸੀਗਾ, ਜੋ ਉਹ ਜ਼ਿੰਦਗੀ ਦੇ ਵਿੱਚ ਪਹਿਲਾਂ ਕਰਦੇ ਸਨ, ਜੋ ਸੁਣਿਆ ਹੈ ਕਿ ਪਹਿਲਾਂ ਬਾਬਾ ਬਿਧੀ ਚੰਦ ਜੀ ਚੋਰੀਆਂ ਤੇ ਕਈ ਇਸ ਤਰ੍ਹਾਂ ਦੇ ਕੰਮ ਕਰਦੇ ਸਨ, ਪਹਿਲਾਂ ਜੀਵਨ ਇਸ ਤਰ੍ਹਾਂ ਦਾ ਸੀਗਾ। ਤੇ ਹੁਣ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਨਾਲ ਜੁੜੇ। ਬਾਅਦ ਵਿੱਚ ਹੇ ਪਾਤਸ਼ਾਹ, ਤੁਹਾਡੇ ਚਰਨਾਂ ਦੇ ਵਿੱਚ ਰਹਿ ਕਰਕੇ ਵੱਡੀ ਸੇਵਾ ਕਰ ਰਹੇ ਹਨ। ਕਿਵੇਂ ਇਹ ਸਾਰਾ ਉਹਨਾਂ ਦਾ ਜੀਵਨ ਬਦਲਿਆ, ਕਿਵੇਂ ਗੁਰੂ ਘਰ ਦੇ ਨਾਲ ਜੁੜੇ ਹਨ, ਆਪਾਂ ਬਾਬਾ ਬਿਧੀ ਚੰਦ ਜੀ ਤੋਂ ਸੁਣਦੇ ਹਾਂ। ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਸੇਵਕ ਨੂੰ ਭੇਜ ਕਰਕੇ ਪਿਆਰੇ ਬਾਬਾ ਬਿਧੀ ਚੰਦ ਜੀ ਨੂੰ ਕੋਲ ਸੱਦਿਆ ਹੈ। ਤੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਪਹੁੰਚਿਆ ਹੈ ਬਾਬਾ ਬਿਧੀ ਚੰਦ
ਬੜੇ ਅਦਬ ਸਹਿਤ ਸਾਰਿਆਂ ਨੂੰ ਸੀਸ ਝੁਕਾ ਕਰਕੇ ਵੰਦਨਾ ਕੀਤੀ ਹੈ। ਗੁਰ ਮਹਿਲਾ ਕੋ ਮਾਤ ਕੈ ਮਸਤਕ ਕੋ ਟੇਕਾ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਉਹਨਾਂ ਨੂੰ ਮਾਤਾ ਕਹਿ ਕਰਕੇ ਸਨਮਾਨ ਦਿੱਤਾ ਤੇ ਉਹਨਾਂ ਨੂੰ ਵੀ ਮੱਥਾ ਟੇਕਦਾ ਹੈ। ਲੈ ਬੈਠੋ ਜਵੇ ਕੈ ਜਲਦ ਵਿਵੇਕਾ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਿਵੇਕ ਬੁੱਧੀ ਦੇ ਦਾਨੀ, ਗਰੀਬਾਂ ਨਿਵਾਜ ਵੱਡੀਆਂ ਬਖਸ਼ਿਸ਼ਾਂ ਕਰਨ ਵਾਲੇ, ਤਿੰਨਾਂ ਦੇ ਚਰਨਾਂ ਦੇ ਵਿੱਚੋਂ ਆਗਿਆ ਲੈ ਕਰਕੇ ਸਤਿਗੁਰਾਂ ਦੇ ਕੋਲ ਬਾਬਾ ਬਿਧੀ ਚੰਦ ਜੀ ਬੈਠਿਆ ਹੈ। ਉਹ ਆਪਣੇ ਕਰਮ ਕੋ ਜਿਮ ਪੁਰਬ ਆਇਓ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਹੈ ਬਾਬਾ ਬਿਧੀ ਚੰਦ ਕਿਵੇਂ ਗੁਰੂ ਘਰ ਦੇ ਨਾਲ ਜੁੜਿਆ, ਕਿਵੇਂ ਏਡੀ ਵੱਡੀ ਸੇਵਾ ਪ੍ਰਾਪਤ ਹੋਈ ਹੈ, ਕਿਵੇਂ ਇਹ ਜੀਵਨ ਬਦਲਿਆ ਹੈ। ਸੁਣਿਆ ਹੈ ਪਹਿਲੇ ਜੀਵਨ ਦੇ ਵਿੱਚ ਬਹੁਤ ਵੱਡੀਆਂ ਚੋਰੀਆਂ, ਕਈ ਤਰ੍ਹਾਂ ਦੇ ਐਸੇ ਕਰਮ ਕਰਦੇ ਸੀਗੇ। ਇਹ ਸਾਰਾ ਸੁਣਾਵੋ ਜੀ। ਕਿਮ ਚੋਰੀ ਦੁਸ਼ਕਰ ਕਰੀ ਧਨ ਕੋ ਹਰ ਲਿਆਇਓ। ਤੇ ਕਹਿਣ ਲੱਗੇ ਕਿਵੇਂ ਚੋਰੀ ਕਰਦੇ ਸੀ, ਲੋਕਾਂ ਦੇ ਘਰਾਂ ਦੇ ਵਿੱਚੋਂ ਧਨ ਤੇ ਪਦਾਰਥ ਬੜੀ ਚਤੁਰਾਈ ਦੇ ਨਾਲ ਕੱਢਦੇ ਸੀਗੇ। ਇਹ ਸਾਰਾ ਜਿਹੜਾ ਜੀਵਨ ਹੈ ਹੁਣ ਵਾਲਾ ਤੇ ਪਹਿਲਾਂ ਵਾਲਾ ਬਿਆਨ ਕਰੋ ਜੀ। ਪ੍ਰਸੰਗ ਸ਼ਮ ਸ਼ੋਰ ਤੇ ਇਹ ਸੁਣ ਜੋ ਚਾਹੈ। ਤੇ ਕਹਿਣ ਲੱਗੇ ਜਿਸ ਤਰ੍ਹਾਂ ਫਿਰ ਪਹਿਲਾ ਸਾਰੇ ਕੋ ਕਰਮ ਜਿਹੜੇ ਛੱਡੇ ਹਨ ਤੇ ਬਾਅਦ ਵਿੱਚ ਸਿੱਖ ਬਣੇ ਹੋ, ਗੁਰੂ ਘਰ ਦੇ ਨਾਲ ਜੁੜੇ ਹੋ, ਕਿਵੇਂ ਉਹ ਜਿਹੜਾ ਜੀਵਨ ਤਿਆਗਿਆ ਹੈ ਤੇ ਇਹ ਜੀਵਨ ਕਿਵੇਂ ਅਪਣਾਇਆ ਹੈ, ਸਾਰਾ ਸੁਣਾਵੋ ਜੀ। ਹੱਥ ਜੋੜ ਕੇ ਬੜੇ ਅਦਬ ਦੇ ਨਾਲ ਸਤਿਕਾਰ ਸਹਿਤ ਬਾਬਾ ਬਿਧੀ ਚੰਦ ਜੀ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਨ ਤੇ ਸਾਰਾ ਕੁਛ ਆਪਣੇ ਜੀਵਨ ਬਾਰੇ ਦੱਸਦੇ ਹਨ। ਤੇ ਕਹਿਣ ਲੱਗਿਆ, ਹੈ ਪਾਤਸ਼ਾਹ ਪਹਿਲਾਂ ਮੈਂ ਚੋਰੀ ਕਰਨ ਵਾਸਤੇ ਚੱਲਦਾ ਸੀਗਾ, ਕਦੇ ਕਿਸੇ ਦੇ ਘਰ ਦੇ ਵਿੱਚ ਤੇ ਕਦੇ ਕਿਸੇ ਦੇ ਘਰ ਦੇ ਵਿੱਚ। ਪੂਰਬ ਤਸਕਰ ਕਰਮ ਕੋ ਮੈਂ ਕਰਤ ਘਨੇਰੇ, ਅਨੇਕਾਂ ਇਸ ਤਰ੍ਹਾਂ ਦੇ ਕਾਰਜ ਕੀਤੇ। ਬਹੁਤ ਗਰੀਬ ਨਿਵਾਜ ਇਸ ਤਰ੍ਹਾਂ ਦਾ ਜੀਵਨ ਮੇਰਾ ਬਤੀਤ ਹੋ ਰਿਹਾ ਸੀਗਾ। ਮਹਿਕੀ ਸੁੰਦਰ ਬਿੰਦ ਕੋ ਚੋਰੀ ਇੱਕ ਫੇਰੇ। ਤੇ ਇੱਕ ਵਾਰ ਮੈਂ ਇੱਕ ਨਗਰ ਦੇ ਵਿੱਚ ਗਿਆ ਤੇ ਉੱਥੇ ਬੜੀਆਂ ਸੁੰਦਰ ਕੀਮਤੀ ਕੁਛ ਮੱਝਾਂ ਜਿਹੜੀਆਂ ਸਨ ਉਹ ਅਸੀਂ ਚੋਰੀ ਕੀਤੀਆਂ। ਮਹਿਕੀ ਸੁੰਦਰ ਬ੍ਰਿੰਦ ਕੋ ਚੋਰੀ ਇੱਕ ਬੇਰੇ। ਇੱਕ ਵਾਰੀ ਫਿਰ ਬਹੁਤ ਵੱਡੀ ਜਿਹੜੀ ਚੋਰੀ ਹੈ ਇਹ ਮੈਂ ਕੀਤੀ ਸੀਗੀ। ਤੇ ਬੜੀ ਕਾਹਲੀ ਦੇ ਨਾਲ ਮੈਂ ਦੂਰ ਇੱਕ ਨਗਰ ਦੇ ਵਿੱਚੋਂ ਚੋਰੀ ਕਰਕੇ ਕਾਹਲੀ ਦੇ ਨਾਲ ਮੱਝਾਂ ਜਿਹੜੀਆਂ ਉਹ ਘਰ ਦੇ ਵੱਲ ਲੈ ਕੇ ਆ ਰਿਹਾ ਸੀਗਾ, ਬੜੀ ਤੇਜ਼ੀ ਦੇ ਨਾਲ ਜਾ ਰਿਹਾ ਸਾਂ। ਤੇ ਪਰ ਉਦੋਂ ਨਗਰ ਦੇ ਵਿੱਚ ਪਤਾ ਲੱਗ ਗਿਆ, ਮੇਰੇ ਇਸ ਕਰਮ ਬਾਰੇ ਉਹਨਾਂ ਨੂੰ ਖਬਰ ਹੋ ਗਈ। ਸਾਰਿਆਂ ਨੂੰ ਜਦੋਂ ਪਤਾ ਲੱਗਾ, ਸੁੱਧ ਹੋਈ ਪੁੰਨ ਗ੍ਰਾਮ ਕੇ ਨਿਕਸੇ ਨਾਰ ਜਾਲਾ। ਸਾਰੇ ਲੋਕ ਸਚੇਤ ਹੋ ਗਏ, ਨਗਰ ਤੋਂ ਬਾਹਰ ਆ ਗਏ। ਉਹਨਾਂ ਨੂੰ ਪਤਾ ਲੱਗ ਗਿਆ ਕਿ ਭਾਈ ਪਿੰਡ ਦੇ ਵਿੱਚ ਘਰ ਦੇ ਵਿੱਚ ਚੋਰੀ ਹੋਈ ਹੈ ਤੇ ਸਾਰਿਆਂ ਨੇ ਫਿਰ ਪਿੱਛਾ ਕੀਤਾ ਹੈ। ਤੇ ਉਹ ਖੋਜ ਕਰਦੇ ਹੋਏ, ਦੱਸ ਪੁੱਛ ਕਰਦੇ ਹੋਏ ਮੇਰੇ ਮਗਰ ਮਗਰ ਪੈਰ ਦਬਾਉਂਦੇ ਹੋਏ ਆ ਰਹੇ ਸਨ। ਤੇ ਮੈਂ ਕਾਹਲੀ ਦੇ ਨਾਲ ਪਤਾ ਲੱਗ ਗਿਆ ਕਿ ਉਹ ਮੇਰਾ ਪਿੱਛਾ ਕਰ ਰਹੇ ਹਨ, ਇਸ ਕਰਕੇ ਮੈਂ ਵੀ ਬੜੀ ਕਾਹਲੀ ਦੇ ਨਾਲ ਤੇਜ਼ੀ ਦੇ ਨਾਲ ਜਾ ਰਿਹਾ ਸਾਂ। ਤੇ ਹੇ ਪਾਤਸ਼ਾਹ ਗਰੀਬਾਂ ਨਿਵਾਜ ਸਤਿਗੁਰੂ ਜੀ, ਇਸ ਤਰ੍ਹਾਂ ਚੋਰੀ ਕਰਕੇ ਤੇ ਮੈਂ ਇੱਕ ਨਗਰ ਚੋਲਾ ਉਹਦੇ ਕੋਲ ਪਹੁੰਚਿਆ। ਨਗਰ ਦੇ ਵਿੱਚ, ਨਗਰ ਦੇ ਕੋਲ ਮੈਂ ਕਾਹਲੀ ਦੇ ਨਾਲ ਕਿ ਇਸ ਜਗ੍ਹਾ 'ਤੇ ਮੈਂ ਜਾ ਕੇ ਕੋਈ ਪ੍ਰਬੰਧ ਕਰਦਾ ਹਾਂ ਛੁਪਣ ਦਾ। ਕਹਿਣ ਲੱਗੇ ਇਸ ਤਰ੍ਹਾਂ ਮੈਂ ਪਹੁੰਚਿਆ ਸੀਗਾ। ਤੇ ਕਹਿਣ ਲੱਗੇ ਕਿ ਹੁਣ ਉੱਥੇ ਆ ਕਰਕੇ ਆਏ ਸੋ ਮਿਲੀ ਗੁਹਾਰ ਤਬ ਇਮ ਕਰਿਓ ਉਪਾਏ। ਮੈਨੂੰ ਖਬਰ ਮਿਲ ਗਈ ਕਿ ਉਹ ਨੇੜੇ ਆ ਗਏ ਹਨ, ਉਹ ਪਹੁੰਚਣ ਵਾਲੇ ਹਨ। ਤੇ ਮੈਂ ਕੋਈ ਨਾ ਕੋਈ ਟਿਕਾਣਾ ਲੱਭ ਰਿਹਾ ਸੀ, ਕੋਈ ਮੇਰੀ ਸਹਾਇਤਾ ਕਰੇ, ਮੈਨੂੰ ਕੋਈ ਬਚਾ ਲਵੇ।
ਅੱਜ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਉਹ ਜਿਨ੍ਹਾਂ ਦੀ ਚੋਰੀ ਕੀਤੀ ਉਹ ਪਿੱਛਾ ਕਰ ਰਹੇ ਸਨ, ਇਸ ਕਰਕੇ ਮੈਂ ਗੁਹਾਰ ਕੀਤੀ ਸੀਗੀ। ਤੇ ਇੱਕ ਉੱਥੇ ਤਲਾਬ ਜਿਹੜਾ ਹੈ ਪਾਣੀ ਦੇ ਨਾਲ ਭਰਿਆ ਹੋਇਆ ਸੀਗਾ, ਨਗਰ ਤੋਂ ਬਾਹਰ, ਪਿੰਡ ਤੋਂ। ਤੇ ਕਹਿਣ ਲੱਗੇ ਉਹ ਦੇਖ ਕੇ ਹੋਤੋ ਤਾਲ ਜਲ ਕੋ ਭਰਿਓ ਸਭ ਮਹਿਕ ਪਰਵੇਸ਼ੀ। ਤੇ ਉਸ ਪਾਣੀ ਨੂੰ ਦੇਖ ਕੇ ਮੈਂ ਕਾਲੀ ਦੇ ਨਾਲ ਮੱਝਾਂ ਨੂੰ ਹਿੱਕ ਕੇ ਤੇ ਪਾਣੀ ਦੇ ਵਿੱਚ ਉਹਨਾਂ ਨੂੰ ਠੇਲ ਦਿੱਤਾ, ਵਾੜ ਦਿੱਤਾ ਸੀਗਾ। ਔਰ ਮੈਂ ਸੁਣਿਆ ਉੱਥੇ ਇੱਕ ਨਗਰ ਦੇ ਵਿੱਚ ਗੁਰੂ ਕਾ ਪਿਆਰਾ ਸਿੱਖ ਹੈ, ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ, ਜਿਹਦਾ ਨਾਮ ਸੀਗਾ ਭਾਈ ਅਦਲੀ। ਕਹਿਣ ਲੱਗੇ ਮੈਨੂੰ ਪਤਾ ਲੱਗਾ ਅਦਲੀ ਗੁਰ ਕੋ ਸਿੱਖ ਤੈ ਜਹ ਸਮਤ ਵਿਸ਼ੇਸ਼ੀ, ਜਿਹੜਾ ਬੜਾ ਵਿਸ਼ੇਸ਼ ਹੈ, ਮਹਾਨ ਹੈ, ਸਮਤਵਾਨ ਹੈ, ਗੁਰੂ ਘਰ ਦਾ ਤਗੜਾ ਸਿੱਖ ਹੈ। ਮੇਰੇ ਮਨ ਦੇ ਵਿੱਚ ਖਿਆਲ ਆਇਆ ਬਹੁਤ ਵੱਡਾ ਕੋ ਕਰਮ ਕੀਤਾ ਹੈ, ਪਾਪ ਕੀਤਾ ਹੈ। ਤੇ ਸੁਣਿਆ ਹੈ ਗੁਰੂ ਕੇ ਪਿਆਰੇ ਸਿੱਖ ਜਿਹੜੇ ਹਨ ਜਾਂ ਕੀਤਾ ਹੋਇਆ ਗੁਨਾਹ ਜੇ ਕਿਤੇ ਭਲੀ ਸੰਗਤ ਪ੍ਰਾਪਤ ਹੋ ਜਾਵੇ ਤੇ ਉਹ ਬਖਸ਼ਿਆ ਜਾਂਦਾ ਹੈ। ਜੇਕਰ ਕੋਈ ਗੁਰੂ ਕੇ ਚਰਨਾਂ ਦੇ ਨਾਲ ਜੁੜੇ ਤੇ ਉਹ ਕਈ ਵਾਰੀ ਵੱਡੇ ਅਪਰਾਧ ਤੋਂ ਬਚ ਜਾਂਦਾ ਹੈ। ਗਰੀਬ ਨਿਵਾਜ, ਹੇ ਪਾਤਸ਼ਾਹ, ਮੈਂ ਸੁਣਿਆ ਗੁਰੂ ਕਾ ਪਿਆਰਾ ਸਿੱਖ ਇੱਥੇ ਹੈ ਤੇ ਉਹ ਮੇਰੀ ਰੱਖਿਆ ਕਰੇਗਾ, ਮੈਨੂੰ ਬਚਾ ਲਏਗਾ। ਤੇ ਮੈਂ ਉਹਦੇ ਚਰਨਾਂ ਦੇ ਵਿੱਚ ਜਾ ਕੇ ਡਿੱਗਿਆ, ਭਾਈ ਅਦਲੀ ਜੀ ਦੇ। ਤੇ ਸਾਰੀ ਜਿਹੜੀ ਘਟਨਾ ਮੇਰੇ ਨਾਲ ਹੋਈ ਹੈ ਕਿ ਮੈਂ ਚੋਰੀ ਕਰ ਲਈ ਹੈ ਤੇ ਨਗਰ ਵਾਲਿਆਂ ਨੂੰ ਪਤਾ ਲੱਗ ਗਿਆ ਹੈ, ਉਹ ਮੇਰੇ ਪਿੱਛੇ ਪਿੱਛੇ ਆ ਰਹੇ ਹਨ। ਇਸ ਕਰਕੇ ਸਾਰੀ ਜਿਹੜੀ ਵਾਰਤਾ ਹੈ ਗੁਰੂ ਕੇ ਸਿੱਖ ਨੂੰ ਮੈਂ ਸੁਣਾ ਦਿੱਤੀ ਸੀਗੀ। ਕਹਿਣ ਲੱਗੇ ਹੇ ਗੁਰੂ ਕੇ ਸਿੱਖਾ, ਕਰੋ ਮੈਨੂੰ ਬਚਾ ਲਵੋ, ਰੱਖਿਆ ਕੀਜੈ ਰਿਪਣ ਤੇ ਤੁਮ ਕਰੋ ਸਹਾਈ। ਤੁਸੀਂ ਗੁਰੂ ਕੇ ਸਿੱਖ ਹੋ ਤੇ ਮੇਰੀ ਸਹਾਇਤਾ ਕਰੋ ਜੀ। ਤੇ ਕਹਿਣ ਲੱਗੇ ਕਿ ਮੈਨੂੰ ਆਪਣਾ ਸਿੱਖ ਬਣਾ ਲਓ, ਮੈਨੂੰ ਮਹਾਨ ਉਪਦੇਸ਼ ਬਖਸ਼ੋ। ਹੇ ਬਾਬਾ ਅਦਲੀ ਜੀ, ਮੈਂ ਤੁਹਾਡੇ ਕੋਲ ਆਇਆ ਹਾਂ, ਤੁਹਾਡੇ ਚਰਨਾਂ ਦੇ ਵਿੱਚ ਪਹੁੰਚਿਆ ਹਾਂ, ਤੁਸੀਂ ਮੇਰੇ ਉੱਪਰ ਮਿਹਰ ਕਰੋ, ਕਿਰਪਾ ਕਰੋ ਜੀ। ਅਦਲੀ ਸੁਣ ਬੇਨਤੀ, ਬੜੇ ਬਹੁ ਭੈ ਕਿਰਪਾਲਾ। ਤੇ ਕਹਿਣ ਲੱਗੇ ਕਿ ਹੁਣ ਗੁਰੂ ਕਾ ਪਿਆਰਾ ਸਿੱਖ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਿਆਰਾ ਸਿੱਖ ਅਦਲੀ ਸੁਣ ਬੇਨਤੀ ਤਬਹਿ ਬਹੁ ਭੈ ਕਿਰਪਾਲਾ। ਕਹਿਣ ਲੱਗੇ ਬਾਬਾ ਬਿਧੀ ਚੰਦ ਜੀ ਦੀ ਬੇਨਤੀ ਸੁਣੀ, ਭਾਵੇਂ ਚੋਰ ਹੈ, ਛਲ ਕੀਤਾ ਹੈ, ਵੱਡਾ ਕਪਟ ਕੀਤਾ ਹੈ, ਪਰ ਸਿੱਖ ਦਾ ਸੁਭਾਅ ਹੈ ਗੁਰੂ ਦੇ ਵਾਂਗ ਹੀ। ਜਦੋਂ ਕੋਈ ਬੇਨਤੀ ਕਰਦਾ ਹੈ ਤੇ ਉਹਨਾਂ ਦਾ ਸੁਭਾਅ ਦਿਆਲੂ ਹੁੰਦਾ ਹੈ। ਹੁਣ ਆ ਕੇ ਜਦੋਂ ਬੇਨਤੀ ਕੀਤੀ ਹੈ ਤੇ ਬਾਬਾ ਬਿਧੀ ਚੰਦ ਜੀ ਦੀ ਬੇਨਤੀ ਸੁਣ ਕੇ ਬਾਬਾ ਅਦਲੀ ਜੀ ਨੇ ਮਨ ਬਣਾਇਆ ਕਿ ਇਹਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜਨਾ ਚਾਹੀਦਾ ਹੈ ਤੇ ਨਾਲੇ ਇਹ ਛਲ ਕਪਟ ਤੋਂ ਬਚ ਜਾਏਗਾ, ਜੀਵਨ ਸਫਲ ਹੋ ਜਾਏਗਾ। ਬਾਬਾ ਅਦਲੀ ਜੀ ਮੇਰਾਂ ਦੇ ਘਰ ਦੇ ਵਿੱਚ ਆਏ, ਦਇਆ ਦੇ ਘਰ ਦੇ ਵਿੱਚ ਆਏ ਸਨ। ਤੇ ਕਹਿਣ ਲੱਗੇ ਫਿਰ ਉਹਨਾਂ ਨੇ ਇੱਕ ਸ਼ੁਭ ਜਿਹੜੀ ਸਿੱਖਿਆ ਹੈ ਉਹ ਮੈਨੂੰ ਦਿੱਤੀ। ਕੀਨ ਬਤਾਵਨ ਸੁਭਮਤੀ ਮਮ ਭਾਗ ਵਿਸਾਲਾ, ਮੇਰੇ ਚੰਗੇ ਭਾਗ ਸਨ। ਮੈਂ ਗੁਰੂ ਕੇ ਪਿਆਰੇ ਸਿੱਖ ਦੇ ਕੋਲ ਗਿਆ ਜਿਨ੍ਹਾਂ ਨੇ ਬਹੁਤ ਵੱਡੀ ਮੇਰੀ ਸਹਾਇਤਾ ਕੀਤੀ ਹੈ। ਕਹਿਣ ਲੱਗੇ ਸਹਿਬ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰੋ। ਸਹਿਬ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੂੰ ਮਨ ਦੇ ਵਿੱਚ ਧਿਆਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਜਿਨ੍ਹਾਂ ਨੇ ਪਾਤਸ਼ਾਹ ਜੀ ਨੂੰ ਜਪ ਲਿਆ ਹੈ ਉਹ ਤਾਂ ਜਨਮ ਮਰਨ ਤੋਂ ਰਹਿਤ। ਇਸ ਕਰਕੇ ਕਹਿਣ ਲੱਗੇ ਤੁਸੀਂ ਪਾਤਸ਼ਾਹ ਗੁਰੂ ਧਿਆਨ ਧਾਰੋ। ਆ ਸੰਗਤ ਬੈਠੀ ਹੋਈ ਹੈ, ਸੰਗਤ ਵਿੱਚ ਬੈਠੋ। ਸਹਿਬ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਤੁਹਾਡੀ ਲਾਜ ਰੱਖਣਗੇ, ਰੱਖਿਆ ਕਰਨਗੇ। ਉਹਨਾਂ ਦੇ ਚਰਨਾਂ ਦੇ ਨਾਲ ਜੁੜੋ, ਧਿਆਨ ਧਾਰੋ, ਸੰਗਤ ਕਰੋ ਜੀ। ਤੇ ਕਹਿਣ ਲੱਗੇ ਇੱਕ ਗੱਲ ਤੇ ਅਸੀਂ ਤੁਹਾਡੀ ਸਹਾਇਤਾ ਕਰਾਂਗੇ
ਕਿ ਜੇ ਅਗਾਂਹ ਵਾਸਤੇ ਇਹ ਜਿਹੜਾ ਜੀਵਨ ਹੈ ਛਲ ਕਰਨ ਵਾਲਾ, ਕਪਟ ਕਰਨ ਵਾਲਾ, ਇਹ ਛੱਡ ਦਓਗੇ, ਤਿਆਗ ਦਓਗੇ। ਹੇ ਸਹਿਬ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦਾ ਪਿਆਰਾ ਸਿੱਖ ਬਾਬਾ ਅਦਲੀ ਜੀ ਕਹਿਣ ਲੱਗੇ ਕਿ ਭਾਈ ਜੇ ਬੇਨਤੀ ਕਰ ਰਹੇ ਕਿ ਮੇਰੀ ਰੱਖਿਆ ਕਰੋ, ਰੱਖਿਆ ਅਸੀਂ ਜ਼ਰੂਰ ਕਰਾਂਗੇ, ਰੱਖਿਆ ਕਰਾਂਗੇ, ਪਰ ਇੱਕ ਸਾਡੇ ਨਾਲ ਵਾਅਦਾ ਕਰੋ ਕਿ ਅਗਾਂਹ ਇਹ ਸਾਰੇ ਕੰਮ ਛੱਡ ਕੇ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਤੇ ਉੱਚਾ ਸੁੱਚਾ ਜੀਵਨ ਬਤੀਤ ਕਰੋਗੇ ਤਾਂ ਇਸ ਵਾਰੀ ਤੁਹਾਡੀ ਲਾਜ ਰੱਖਾਂਗੇ, ਤਾਂ ਸੰਸਾਰ ਦੇ ਵਿੱਚ ਇਹ ਜਿਹੜਾ ਵੱਡਾ ਸੰਕਟ ਪਿਆ ਹੈ ਤੁਹਾਡਾ ਬਚਾਅ ਹੋ ਸਕਦਾ ਹੈ। ਗੁਰਬਾਣੀ ਦੇ ਵਿੱਚ ਵੀ ਵਚਨ ਹੈ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰਾ ਜੀ ਪੈ ਲੀਜੈ। ਬਾਬਾ ਅਦਲੀ ਜੀ ਨੇ ਵਚਨ ਕੀਤਾ ਸੀਗਾ, ਕਹਿਣ ਲੱਗੇ ਇਹ ਜਿਹੜਾ ਕਪਟ ਵਾਲਾ ਜੀਵਨ ਇਹ ਛੱਡ ਕੇ ਤੇ ਅਗਾਂਹ ਸੋਹਣਾ ਜੀਵਨ ਬਤੀਤ ਕਰੋਗੇ ਤਾਂ ਅਸੀਂ ਤੁਹਾਡੀ ਸਹਾਇਤਾ ਕਰਾਂਗੇ। ਤੇ ਆਪਾਂ ਗੁਰਬਾਣੀ ਦਾ ਵਚਨ ਪੜ੍ਹ ਰਹੇ ਸੀ, ਅੰਤ ਨਿਬੇਰਾ ਤੇਰਾ ਜੀ ਪੈ ਲੀਜੈ। ਹੇ ਭਾਈ, ਹੇ ਕਪਟ ਕਰਨ ਵਾਲੇ, ਛਲ ਕਰਨ ਵਾਲੇ, ਇੱਕ ਦਿਨ ਲੇਖਾ ਤੇਰੇ ਕੋਲੋਂ ਲਿਆ ਜਾਣਾ ਹੈ, ਤੇਰੇ ਕੋਲੋਂ ਲੇਖਾ ਇਹਦਾ ਪੁੱਛਿਆ ਜਾਣਾ ਹੈ। ਇਹ ਧਨ ਦੌਲਤ ਚੁਰਾ ਕੇ ਘਰ ਦੇ ਵਿੱਚ ਆਪਣੇ ਪਰਿਵਾਰ ਨੂੰ ਦਿੰਦਾ ਹੈ, ਪਰਿਵਾਰ ਖੁਸ਼ ਹੁੰਦਾ ਹੈ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੇ। ਤੇ ਗੁਰਬਾਣੀ ਦੇ ਵਿੱਚ ਇੱਕ ਵਚਨ ਹੋਰ ਵੀ ਹੈ, ਸਤਿਗੁਰਾਂ ਨੇ ਵਚਨ ਕੀਤਾ ਹੈ, ਕਹਿਣ ਲੱਗੇ ਕਿ ਦੇਖੋ ਗੁਰੂ ਤੇ ਪੀਰ ਆ ਇਹ ਹਾਮਾ ਤਾਂ ਭਰਦੇ ਹਨ। ਗਰੀਬਾਂ ਨਿਵਾਜ ਸਤਿਗੁਰੂ ਜੀ ਬਚਨ ਕਰਦੇ ਹਨ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੁਰੂ ਤੇ ਪੀਰ ਸਹਾਇਤਾ ਤਾਂ ਕਰਦੇ ਹਨ, ਬਖਸ਼ਿਸ਼ ਤਾਂ ਕਰਦੇ ਹਨ ਜੇ ਬੰਦਾ ਪਰਾਇਆ ਜਿਹੜਾ ਹੈ ਇਹ ਮੁਰਦਾ ਖਾਣ ਦੇ ਬਰਾਬਰ ਹੈ। ਇਸ ਤੋਂ ਬਚੇ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ। ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੁਰੂ ਤੇ ਪੀਰ ਤਾਂ ਸਹਾਇਤਾ ਕਰਦੇ ਹਨ ਜੇ ਬੰਦਾ ਪ੍ਰਣ ਕਰੇ ਕਿ ਮੈਂ ਛਲ ਕਪਟ ਅਗਾਂਹ ਤੋਂ ਜ਼ਿੰਦਗੀ ਦੇ ਵਿੱਚ ਨਹੀਂ ਕਰਾਂਗਾ, ਮੈਂ ਇਹ ਜੀਵਨ ਛੱਡ ਦੇਵਾਂਗਾ, ਤਾਂ ਗੁਰੂ ਤੇ ਪੀਰ ਸਹਾਇਤਾ ਕਰਦੇ ਹਨ, ਵਰਨਾ ਨਹੀਂ। ਬਚਨ ਬਾਬਾ ਅਦਲੀ ਜੀ ਨੇ ਭਾਈ ਵਿਧੀ ਚੰਦ ਜੀ ਨੂੰ ਕੀਤਾ ਹੈ, ਕਹਿਣ ਲੱਗੇ ਗਲਤੀ ਤੂੰ ਕੀਤੀ ਹੈ, ਗੁਨਾਹ ਕੀਤਾ ਹੈ, ਪਰ ਤੌਬਾ ਕਰਕੇ ਅਗਾਂਹ ਤੋਂ ਨਹੀਂ ਕਰੇਗਾ। ਹੇ ਬਾਬਾ ਵਿਧੀ ਚੰਦ, ਅਗਾਂਹ ਤੋਂ ਇਹ ਕੰਮ ਹੈ ਭਾਈ ਜੇ ਨਹੀਂ ਕਰੇਗਾ ਫਿਰ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਤੇਰੇ ਤੇ ਮਿਹਰ ਕਰਨਗੇ, ਕਿਰਪਾ ਕਰਨਗੇ, ਤੇਰਾ ਬਚਾਅ ਹੋ ਜਾਏਗਾ, ਤੇਰਾ ਪਰਦਾ ਢੱਕਿਆ ਜਾਏਗਾ, ਤੇਰੀ ਲਾਜ ਰੱਖੀ ਜਾਏਗੀ। ਬਾਬਾ ਵਿਧੀ ਚੰਦ ਜੀ ਨੇ ਹੱਥ ਜੋੜੇ, ਕਹਿਣ ਲੱਗਾ ਠੀਕ ਹੈ, ਮੈਂ ਤੌਬਾ ਕਰਦਾ ਹਾਂ, ਇਹ ਗੁਨਾਹ ਜਿਸ ਤਰ੍ਹਾਂ ਦਾ ਮੇਰਾ ਜੀਵਨ ਹੈ ਅਗਾਂਹ ਨਹੀਂ ਕਰਾਂਗਾ। ਭਾਈ ਅਦਲੀ ਜੀ ਦੇ ਚਰਨਾਂ ਦੇ ਵਿੱਚ ਬਾਬਾ ਵਿਧੀ ਚੰਦ ਜੀ ਡਿੱਗੇ ਹਨ। ਇਸ ਤਰ੍ਹਾਂ ਫਿਰ ਸਹਿਬ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਨਾਲ ਜੁੜਨ ਵਾਸਤੇ, ਉਹਨਾਂ ਦੇ ਵਿੱਚ ਟਿਕਾਉਣ ਵਾਸਤੇ ਬਾਬਾ ਅਦਲੀ ਜੀ ਨੇ ਹੁਕਮ ਕੀਤਾ ਹੈ। ਤੇ ਬਾਬਾ ਵਿਧੀ ਚੰਦ ਜੀ ਨੇ ਉਸੇ ਵੇਲੇ ਭਾਈ ਅਦਲੀ ਜੀ ਤੋਂ ਬਚਨ ਸੁਣ ਕੇ ਧਿਆਨ ਧਾਰਿਆ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ। ਗਰੀਬ ਨਿਵਾਜ ਮਿਹਰ ਕਰੋ, ਮੈਂ ਭੁੱਲ ਗਿਆ ਸੀਗਾ, ਗਲਤ ਰਸਤੇ ਤੇ ਪੈ ਗਿਆ ਸਾਂ, ਇਸ ਵਾਰੀ ਮੇਰੀ ਲਾਜ ਰੱਖ ਲਓ, ਕਿਰਪਾ ਕਰੋ। ਤੇ ਹੁਣ ਬਾਬਾ ਅਦਲੀ ਜੀ ਤੋਂ ਪਵਿੱਤਰ ਬਚਨ ਸੁਣ ਕੇ ਧਿਆਨ ਬਾਬਾ ਵਿਧੀ ਚੰਦ ਜੀ ਨੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਨਾਲ ਜੋੜਿਆ ਹੈ। ਤੇ ਹੁਣ ਬੜੇ ਪਿਆਰ ਦੇ ਨਾਲ ਕਰੇ ਆਰਾਧਨ ਸਤਿਗੁਰੂ ਪਰ ਸ਼ਰਨੀ ਦੀਨਾ। ਹੁਣ ਬੜੇ ਅਦਬ ਦੇ ਨਾਲ, ਸਤਿਕਾਰ ਦੇ ਨਾਲ ਬਾਬਾ ਵਿਧੀ ਚੰਦ ਸਹਿਬ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਨਾਲ ਜੁੜਿਆ ਹੈ। ਜਿਸ ਤਰ੍ਹਾਂ ਬਾਬਾ ਅਦਲੀ ਜੀ ਦੇ ਕੋਲ ਬੇਅੰਤ ਸੰਗਤ ਹੋਰ ਬੈਠੀ ਹੈ, ਬਾਬਾ ਵਿਧੀ ਚੰਦ ਜੀ ਵੀ ਸੰਗਤ ਵਿੱਚ ਬੈਠੇ ਧਿਆਨ ਗੁਰੂ ਕੇ ਚਰਨਾਂ ਦੇ ਨਾਲ ਜੋੜਿਆ ਹੈ। ਹੇ ਪਾਤਸ਼ਾਹ, ਤੁਸੀਂ ਅੰਤਰਜਾਮੀ ਹੋ, ਤੁਸੀਂ ਮੇਰਾ ਦੇ ਸਾਗਰ ਹੋ,
ਗਰੀਬ ਨਿਵਾਜ ਮਿਹਰ ਕਰੋ, ਕਿਰਪਾ ਕਰੋ, ਮੇਰੀ ਲਾਜ ਰੱਖੋ ਜੀ। ਹੁਣ ਮੈਂ ਰਹੋ ਸਮੀਪ ਹੀ ਕਰ ਕੈ ਨਿਜ ਸੁਆਮੀ। ਤੇ ਬਾਅਦ ਵਿੱਚ ਮੈਂ ਹਮੇਸ਼ਾ ਤੁਹਾਡੇ ਚਰਨਾਂ ਦੇ ਵਿੱਚ ਇੱਕ ਨਿਮਾਣੇ ਸੇਵਾਦਾਰ ਵਜੋਂ ਰਹਾਂਗਾ, ਤੁਹਾਡੇ ਹੁਕਮ ਦੇ ਵਿੱਚ ਚੱਲਾਂਗਾ। हे ਪਾਤਸ਼ਾਹ ਗੁਰੂ ਅਰਜਨ ਦੇਵ ਜੀ, ਇਸ ਵਾਰੀ ਰੱਖਿਆ ਕਰੋ, ਮਿਹਰ ਕਰੋ ਜੀ। ਹੁਣ ਮੈਂ ਧਿਆਨ ਸੁਧਾਰ ਕੈ ਕਿਰਪਾ ਤਿਸ ਥਾਨਾ। ਤੇ ਹਿਰਦੇ ਦੇ ਵਿੱਚ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੂੰ ਵਾਰ-ਵਾਰ ਬਾਬਾ ਬਿਧੀ ਚੰਦ ਜੀ ਯਾਦ ਕਰ ਰਹੇ ਹਨ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਰਹੇ ਹਨ। ਉੱਥੇ ਬੈਠੇ ਸੰਗਤ ਵਿੱਚ ਧਿਆਨ ਗੁਰੂ ਕੇ ਚਰਨਾਂ ਦਾ ਜੋੜਿਆ ਹੈ। ਤੇ ਉਧਰੋਂ ਉਹ ਲੋਕ ਜਿਨ੍ਹਾਂ ਦੇ ਪਿੰਡ ਦੇ ਵਿੱਚ ਚੋਰੀ ਹੋਈ ਹੈ, ਨਾਲ ਖੋਜੀਆਂ ਨੂੰ ਲੈ ਕਰਕੇ ਪੈਰ ਦੱਬਦੇ ਹੋਏ ਉਧਰ ਪਾਸੇ ਪਹੁੰਚ ਗਏ, ਜਿੱਧਰ ਨੂੰ ਮੱਝਾਂ ਦੇ ਪੈਰ ਲੱਗੇ ਹੋਏ ਸਨ, ਜਿੱਧਰ ਬਾਬਾ ਬਿਧੀ ਚੰਦ ਜੀ ਆਏ ਹਨ। ਉਹ ਵੀ ਇਸੇ ਪਿੰਡ ਦੇ ਵਿੱਚ, ਨਗਰ ਚੋਲੇ ਦੇ ਵਿੱਚ, ਉਸ ਪਿੰਡ ਦੇ ਚੱਲੇ ਹੋਏ ਲੋਕ ਵੀ ਪਿੱਛੇ ਪਿੱਛੇ ਆ ਗਏ ਹਨ। ਤੇ ਹੁਣ ਦੇਖ ਕੇ ਹੈਰਾਨ ਰਹਿ ਗਏ ਕਿ ਇਸ ਨਗਰ ਦੇ ਵਿੱਚ ਪਸ਼ੂਆਂ ਦੇ ਜਿਹੜੇ ਪੈਰ ਇੱਥੋਂ ਤੱਕ ਲੱਗੇ ਹੋਏ ਹਨ ਤੇ ਅੱਗੇ ਕੋਈ ਖੁਰਾ ਖੋਜ ਨਹੀਂ ਮਿਲ ਰਿਹਾ। ਸਰ ਲੱਗ ਖੋਜ ਨਿਹਾਰ ਤੇ ਨਏ ਆਗੇ ਚਾਲਾ। ਇਹ ਜਿਹੜਾ ਤਲਾਬ ਹੈ, ਇਸ ਤੋਂ ਅੱਗੇ ਤਾਂ ਪਸ਼ੂ ਗਏ ਨਹੀਂ, ਇੱਥੋਂ ਤੱਕ ਜਿਹੜੇ ਪੈਰ ਉਹ ਲੱਗੇ ਹੋਏ ਹਨ। ਤੇ ਸਾਡੀਆਂ ਮੱਝਾਂ ਕਿੱਧਰ ਗਈਆਂ, ਦੇਖ ਕੇ ਹੈਰਾਨ ਰਹਿ ਰਹੇ ਹਨ। ਇੱਧਰ ਬਾਬਾ ਬਿਧੀ ਚੰਦ ਜੀ ਨੇ ਧਿਆਨ ਟਿਕਾਇਆ ਹੋਇਆ ਹੈ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਵਿੱਚ। ਇਹ ਪਾਤਸ਼ਾਹ ਇਸ ਵਾਰੀ ਮੇਰੀ ਰੱਖਿਆ ਕਰੋ, ਅਗਾਂਹ ਜ਼ਿੰਦਗੀ ਦੇ ਵਿੱਚ ਮੈਂ ਕੋਈ ਗੁਨਾਹ ਨਹੀਂ ਕਰਾਂਗਾ। ਜਦੋਂ ਕੋਈ ਗੁਰੂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਬੇਨਤੀ ਕਰਦਾ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਗੁਰੂ ਦਾ ਸੁਭਾਅ ਇਸ ਤਰ੍ਹਾਂ ਦਾ ਹੈ, ਜਿਹੜਾ ਕੋਈ ਭਾਵਨਾ ਦੇ ਨਾਲ ਬੇਨਤੀ ਕਰਦਾ ਹੈ ਤੇ ਸਤਿਗੁਰੂ ਜੀ ਲਾਜ ਰੱਖਦੇ ਹਨ, ਪਾਤਸ਼ਾਹ ਜੀ ਰੱਖਿਆ ਕਰਦੇ ਹਨ। ਕਹਿਣ ਲੱਗੇ ਇੱਧਰ ਇਹਨਾਂ ਨੂੰ ਅੱਗੇ ਕੋਈ ਖੁਰਾ ਖੋਜ ਨਹੀਂ ਲੱਭ ਰਿਹਾ, ਪਸ਼ੂ ਅਗਾਂਹ ਕਿੱਧਰ ਨੂੰ ਗਏ ਹਨ। ਤੇ ਉਹ ਜਿਹੜੇ ਲੋਕ ਇੱਧਰ ਉੱਧਰ ਤਲਾਬ ਦੇ ਕੋਲ ਲੱਭ ਰਹੇ ਹਨ, ਪਸ਼ੂ ਕਿੱਧਰ ਗਏ, ਅਗਾਂਹ ਤੱਕ ਕੋਈ ਨਿਸ਼ਾਨੀ ਮਿਲ ਨਹੀਂ ਰਹੀ। ਤੇ ਪਸ਼ੂਆਂ ਨੂੰ ਲਿਆਉਣ ਵਾਲਾ ਉਹ ਜਿਹੜਾ ਚੋਰ ਹੈ ਉਹ ਵੀ ਨਹੀਂ ਲੱਭ ਰਿਹਾ। ਉਹ ਮਾਨਵ, ਉਹ ਲੋਕ ਲਾਗੇ ਇੱਧਰ ਉੱਧਰ ਦੇਖ ਰਹੇ ਸਨ। ਤੇ ਹੁਣ ਆ ਕਰਕੇ ਬਾਬਾ ਅਦਲੀ ਜੀ ਉੱਥੇ ਬੈਠੇ ਹਨ। ਅਦਲੀ ਕਹਿਣ ਲੱਗੇ ਕਿ ਹੁਣ ਅਦਲੀ ਸਿੱਖ ਬਿਲੋਕ ਕਹਿ ਤਿਨ ਸਾਥ ਵਖਾਨਾ। ਉਹਨਾਂ ਨੇ ਆ ਕਰਕੇ ਬਾਬਾ ਅਦਲੀ ਜੀ ਤੋਂ ਇਹ ਸਾਰੀ ਗੱਲ ਜਾਣੀ ਹੈ ਕਿ ਇੱਥੇ ਇੱਕ ਚੋਰ ਆਇਆ ਹੈ, ਸਾਡੇ ਨਗਰ ਦੇ ਵਿੱਚ ਚੋਰੀ ਹੋਈ ਹੈ, ਇੱਧਰ ਨੂੰ ਪਸ਼ੂ ਆਏ ਹਨ, ਕਿੱਥੇ ਹੈ? ਉਹ ਬੜੇ ਪਿਆਰ ਦੇ ਨਾਲ ਬਾਬਾ ਅਦਲੀ ਜੀ ਤੋਂ ਪੁੱਛਣ ਲੱਗੇ ਹਨ। ਕਹਿਣ ਲੱਗੇ ਬੜੇ ਲੰਮੇ ਸਮੇਂ ਤੋਂ ਕਿਆ ਖੋਜਤ ਤੁਮ ਫਿਰਤ ਬਾਹੋ, ਕੁਛ ਸਕੇ ਨਾ ਜਾਨਾ। ਕਹਿਣ ਲੱਗੇ ਤੁਸੀਂ ਕੀ ਖੋਜ ਕਰ ਰਹੇ ਹੋ, ਕੀ ਲੱਭਦੇ ਹੋ, ਜਾਣਿਆ ਨਹੀਂ ਜਾ ਰਿਹਾ, ਕਿੱਥੋਂ ਆਏ ਹੋ? ਬਾਬਾ ਅਦਲੀ ਜੀ ਨੂੰ ਉਹਨਾਂ ਨੇ ਬੇਨਤੀ ਕੀਤੀ ਤੇ ਬਾਬਾ ਅਦਲੀ ਜੀ ਪੁੱਛਦੇ ਹਨ, ਤੇ ਕਹਿਣ ਲੱਗੇ ਹੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਪਿਆਰੇ ਸੇਵਕ, ਅਸੀਂ ਇੱਥੇ ਇੱਕ ਚੋਰ ਦੀ ਭਾਲ ਕਰ ਰਹੇ ਹਾਂ। ਇੱਕ ਚੋਰ ਇੱਧਰ ਨੂੰ ਆਇਆ ਹੈ, ਜਿਹੜਾ ਸਾਡੇ ਨਗਰ ਦੇ ਵਿੱਚੋਂ ਬਹੁਤ ਸਾਰੀਆਂ ਮੱਝਾਂ ਨੂੰ ਚੋਰੀ ਜਿਸ ਨੇ ਕੀਤਾ ਹੈ। ਕਹਿਤ ਭਏ ਮੈਂ ਖੀਨ ਕੋ ਇੱਕ ਤਸਕਰ ਲਿਆਇਓ, ਸਾਡੇ ਨਗਰ ਦੀਆਂ ਮੱਝਾਂ ਇੱਕ ਚੋਰ ਇੱਧਰ ਨੂੰ ਲੈ ਕੇ ਆਇਆ ਹੈ। ਤੇ ਖੋਜ ਕਰਦੇ ਕਰਦੇ ਇੱਥੋਂ ਤੱਕ ਤਾਂ ਅਸੀਂ ਪਹੁੰਚ ਗਏ ਹਾਂ, ਪਰ ਇੱਥੋਂ ਅੱਗੇ ਜਾਣ ਦੀ ਕੋਈ ਨਿਸ਼ਾਨੀ ਨਹੀਂ ਲੱਭ ਰਹੀ, ਕੋਈ ਖੁਰਾ ਖੋਜ ਅੱਗੇ ਨਹੀਂ ਮਿਲ ਰਿਹਾ ਕਿ ਅਗਾਂਹ ਉਹ ਕਿੱਥੇ ਗਿਆ ਹੈ। ਤੇ ਕਹਿਣ ਲੱਗੇ ਅਸੀਂ ਖੋਜ ਕਰ ਰਹੇ ਹਾਂ, ਚੋਰ ਨੂੰ ਲੱਭ ਰਹੇ ਹਾਂ, ਤੇ ਦੱਸੋ ਜੇ ਕਿਤੇ ਤੁਸੀਂ ਦੇਖਿਆ ਹੈ ਜੇ ਇੱਧਰ ਆਇਆ ਹੈ। ਤੇ ਕਹਿਣ ਲੱਗੇ ਸੁਣ ਅਦਲੀ ਉੱਤਰ ਦਿਓ ਮਹਿਖੀ ਸਰਮਾਹੀ। ਭਾਈ ਅਦਲੀ ਜੀ ਨੇ ਫਿਰ ਸਹਿਜ ਸੁਭਾਵਕ ਬਚਨ ਕੀਤਾ,
ਸੁਨ ਅਦਲੀ ਉੱਤਰ ਦਿਓ ਮਹਿਖੀ ਸਰਮਾਹੀ। ਕਹਿਣ ਲੱਗੇ ਜਿਹੜੀਆਂ ਤੁਹਾਡੀਆਂ ਮੱਝਾਂ, ਆਓ ਸਾਹਮਣੇ ਜਿਹੜਾ ਤਲਾਬ ਬਣਿਆ ਹੋਇਆ ਹੈ ਉਹਦੇ ਵਿੱਚ ਦੇਖੋ, ਤੁਹਾਡੀਆਂ ਮੱਝਾਂ ਉੱਥੇ ਹੋਣਗੀਆਂ। ਬਾਬਾ ਅਦਲੀ ਜੀ ਨੇ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਇਸ਼ਾਰਾ ਕੀਤਾ ਹੈ ਤੇ ਕਹਿਣ ਲੱਗੇ ਕਿ ਭਾਈ ਇਨ ਬਿਨ ਅਪਰ ਨਾ ਮੈਂ ਪਿੱਖੀ ਕੋ ਗਮਣਿਓ ਨਾਹੀ। ਇੱਧਰ ਤਾਂ ਆਉਂਦੀਆਂ ਅੱਗੇ ਜਾਂਦੀਆਂ ਹੋਈਆਂ ਮੈਂ ਦੇਖੀਆਂ ਨਹੀਂ, ਉਧਰ ਤੁਸੀਂ ਜਾ ਕੇ ਦੇਖ ਲਓ ਜੀ। ਹੁਣ ਉਹਨਾਂ ਨੇ ਜਦੋਂ ਆ ਕਰਕੇ ਤਲਾਬ ਦੇ ਵਿੱਚ ਉੱਥੇ ਦੇਖਿਆ ਹੈ, ਸੁਣ ਬੋਲੇ ਦੇਖੀ ਭਲੀ ਇਹ ਨਹੀਂ ਹਮਾਰੀ, ਵਾਰ-ਵਾਰ ਦੇਖਦੇ ਹਨ। ਤੇ ਬਾਬਾ ਅਦਲੀ ਜੀ ਨੂੰ ਕਹਿਣ ਲੱਗੇ ਅਸੀਂ ਸਰੋਵਰ ਦੇ ਵਿੱਚ ਦੇਖ ਲਿਆ ਹੈ, ਇਹ ਜਿਹੜੀਆਂ ਮੱਝਾਂ ਹਨ ਇਹ ਸਾਡੀਆਂ ਨਹੀਂ, ਇਹ ਸਾਡੀਆਂ ਨਹੀਂ। ਅਸੀਂ ਜਿਨ੍ਹਾਂ ਦੀ ਮੱਝ ਖੋਜ ਕਰ ਰਹੇ ਹਾਂ ਉਹ ਦੂਸਰੀਆਂ ਹੋਰ ਮੱਝਾਂ ਹਨ, ਅਸੀਂ ਵਾਰ-ਵਾਰ ਦੇਖ ਕੇ ਆਏ ਹਾਂ। ਤੇ ਕਹਿਣ ਲੱਗੇ ਕਪਲ ਵਰਨ ਕੇ ਇਹੋ ਸਕਲ ਹਮਰੀ ਸਭ ਕਾਰੀ। ਕਹਿਣ ਲੱਗੇ ਹੇ ਬਾਬਾ ਅਦਲੀ ਜੀ, ਇਹਨਾਂ ਮੱਝਾਂ ਦਾ ਜਿਹੜਾ ਰੰਗ ਰੂਪ ਹੈ ਇਹ ਕੁਛ ਹੋਰ ਹੈ, ਸਾਡੀਆਂ ਮੱਝਾਂ ਤਾਂ ਕਾਲੀਆਂ ਸਨ, ਇਹ ਬੂਰੀਆਂ ਹਨ। ਕਹਿਣ ਲੱਗੇ ਇਹ ਅਸੀਂ ਜਿਨ੍ਹਾਂ ਮੱਝਾਂ ਦੀ ਖੋਜ ਕਰ ਰਹੇ ਲੱਭ ਰਹੇ ਹਾਂ ਇਹ ਉਹ ਨਹੀਂ ਹਨ, ਜਿਨ੍ਹਾਂ ਨੂੰ ਅਸੀਂ ਬੜੇ ਲੰਮੇ ਸਮੇਂ ਤੋਂ ਦੇਖ ਰਹੇ ਸੀ। ਅਸੀਂ ਇੱਧਰ ਨੂੰ ਆਏ ਪਰ ਇਹ ਮੱਝਾਂ ਉਹ ਨਹੀਂ ਹਨ। ਵਾਰ-ਵਾਰ ਉਹਨਾਂ ਨੇ ਬੇਨਤੀ ਬਾਬਾ ਅਦਲੀ ਜੀ ਨੂੰ ਕੀਤੀ ਹੈ ਤੇ ਕਹਿਣ ਲੱਗੇ ਅਸੀਂ ਵਾਰ-ਵਾਰ ਦੇਖਿਆ ਹੈ, ਪਛਾਣਿਆ ਹੈ, ਪਰ ਇਹ ਮੱਝਾਂ ਸਾਡੀ ਸਿਆਣ ਦੇ ਵਿੱਚ, ਪਛਾਣ ਦੇ ਵਿੱਚ ਨਹੀਂ ਆਈਆਂ ਹਨ। ਤੇ ਹੁਣ ਉਹ ਜਿਹੜੇ ਲੋਕ ਸਨ ਇੱਧਰ ਉੱਧਰ ਦੇਖਣ ਤੋਂ ਬਾਅਦ ਵਾਪਸ ਫਿਰ ਆਪਣੇ ਨਗਰ ਵਾਲੇ ਪਾਸੇ ਮੁੜ ਗਏ। ਕਹਿਣ ਲੱਗੇ ਕਿ ਹੁਣ ਅਦਲੀ ਸੰਗਾ ਗ੍ਰਹਿ ਕੋ ਗਏ ਗੁਹਾਰ ਜਬ ਮਿਲ ਅਦਲੀ ਸੰਗਾ। ਬਾਬਾ ਅਦਲੀ ਜੀ ਨੂੰ ਮਿਲ ਕੇ ਉਹ ਜਿਹੜੇ ਲੋਕ ਟੋਲਾ ਚੱਲ ਕੇ ਆਇਆ ਸੀਗਾ, ਜਦੋਂ ਉਹ ਵਾਪਸ ਚਲੇ ਗਏ ਹਨ ਤੇ ਕਹਿਣ ਲੱਗੇ ਭਾਈ ਇਹ ਗੁਰੂ ਦੀ ਕਲਾ ਹੈ। ਸਹਿ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਪਿਆਰੇ ਸੇਵਕ ਬਾਬਾ ਅਦਲੀ ਜੀ ਨੇ ਬਚਨ ਕੀਤਾ। ਕਹਿਣ ਲੱਗੇ ਹੇ ਭਾਈ ਵਿਧੀ ਚੰਦ ਜੀ, ਆ ਦੇਖੋ ਇਹ ਗੁਰੂ ਦੀ ਕਲਾ ਹੈ, ਸਤਿਗੁਰਾਂ ਨੇ ਤੁਹਾਡਾ ਪਰਦਾ ਢੱਕ ਲਿਆ, ਤੁਹਾਡੀ ਲਾਜ ਰੱਖ ਲਈ ਹੈ। ਕਹਿਣ ਲੱਗੇ ਉਹਨਾਂ ਨੂੰ ਮੱਝਾਂ ਦੀ ਜਿਹੜੀ ਪਛਾਣ ਨਹੀਂ ਆਈ, ਜਿਹਦਾ ਕਰਕੇ ਤੁਹਾਡਾ ਬਚਾਅ ਹੋ ਗਿਆ ਹੈ। ਕਹਿਣ ਲੱਗੇ ਮਾਲਕ ਨੇ, ਪਾਤਸ਼ਾਹ ਨੇ ਤੁਹਾਡੇ 'ਤੇ ਕਿਰਪਾ ਕੀਤੀ ਹੈ। ਕਹਿਓ ਵੇਖੋ ਗੁਰ ਕੀ ਕਲਾ ਜਿਨ ਸੋ ਜਸ ਉਹ ਤੰਗਾ। ਜਿਸ ਪਾਤਸ਼ਾਹ ਜੀ ਦੀ ਬਹੁਤ ਵੱਡੀ ਮਹਿਮਾ ਹੈ ਔਰ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਤੁਹਾਡੀ ਰੱਖਿਆ ਕੀਤੀ ਹੈ। ਤੇ ਜਿਹੜਾ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਦਾ ਹੈ, ਜਿਹੜਾ ਚਿਤਵਦਾ ਹੈ, ਧਿਆਨ ਗੁਰੂ ਕੇ ਚਰਨਾਂ ਦੇ ਨਾਲ ਜੋੜਦਾ ਹੈ, ਤੇ ਗਰੀਬ ਨਿਵਾਜ ਪਾਤਸ਼ਾਹ ਜੀ ਤਾਂ ਲੋਕ ਤੇ ਪਰਲੋਕ ਦੇ ਵਿੱਚ ਪਰਦੇ ਢੱਕ ਲੈਂਦੇ ਹਨ। ਇਹ ਤਾਂ ਇੱਥੋਂ ਦੀ ਗੱਲ ਹੈ, ਸਤਿਗੁਰਾਂ ਨੇ ਤੁਹਾਡਾ ਪਰਦਾ ਢੱਕਿਆ ਹੈ। ਇਹ ਬਾਬਾ ਵਿਧੀ ਚੰਦ ਜੀ, ਜੇ ਤੁਸੀਂ ਨਿਮਰਤਾ ਦੇ ਨਾਲ ਬੇਨਤੀ ਕੀਤੀ ਹੈ, ਹੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਰਹਿਮਤ ਕਰੋ, ਮੈਂ ਗੁਨਾਹਗਾਰ ਹਾਂ, ਪਾਪੀ ਹਾਂ, ਤੇ ਤੁਸੀਂ ਮੇਰਾ ਪਰਦਾ ਢੱਕੋ, ਮੈਂ ਅਗਾਂਹ ਤੋਂ ਗੁਨਾਹ ਕੋਈ ਨਹੀਂ ਕਰਦਾ, ਅਗਾਂਹ ਤੋਂ ਮੈਂ ਇਸ ਤਰ੍ਹਾਂ ਦਾ ਪਾਪ ਨਹੀਂ ਕਰਾਂਗਾ। ਬਾਬਾ ਅਦਲੀ ਜੀ ਨੇ ਸਮਝਾਇਆ ਹੈ, ਹੇ ਬਾਬਾ ਵਿਧੀ ਚੰਦ ਜੀ, ਜੇ ਤੁਸੀਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਤੇ ਕਹਿਣ ਲੱਗੇ ਹੋਏ ਸਹਾਇਕ ਸਿਮਰਤੇ ਦੋਹ ਲੋਕਨ ਵਾਹੀ। ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਜਿਹੜਾ ਵੀ ਉਹਨਾਂ ਦੇ ਚਰਨਾਂ ਦੇ ਨਾਲ ਧਿਆਨ ਜੋੜਦਾ ਹੈ, ਸਤਿਗੁਰੂ ਜੀ ਤਾਂ ਲੋਕ ਪਰਲੋਕ ਦੇ ਵਿੱਚ ਰੱਖਿਆ ਕਰਦੇ ਹਨ, ਪਰਦੇ ਢੱਕਦੇ ਹਨ, ਲਾਜ ਰੱਖਦੇ ਹਨ। ਲੋਕ ਸੁਖੀਏ ਪਰਲੋਕ ਸਹੇਲੇ। ਕੇਵਲ ਦੁਨੀਆ ਦੇ ਵਿੱਚ ਹੀ ਨਹੀਂ, ਉਹ ਪਰਲੋਕ ਦੇ ਵਿੱਚ ਵੀ ਤੁਹਾਡੇ ਸਹਾਇਕ ਹੋਣਗੇ। ਹੇ ਬਾਬਾ ਵਿਧੀ ਚੰਦ ਜੀ, ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਨਾਲ ਜੁੜੋ। ਤੇ ਕਹਿਣ ਲੱਗੇ ਹੁਣ ਇਸ ਤਰ੍ਹਾਂ ਫਿਰ ਅਸ ਪ੍ਰਭ ਕੋ ਜੇ ਤਜਤ ਹੈ ਤਿਨਕੇ ਬੁੱਧ ਨਾਹੀ। ਕਹਿਣ ਲੱਗੇ ਇਹੋ ਜੇ ਗੁਰੂ ਨੂੰ
ਜਿਹੜਾ ਕੋਈ ਪੁਰਸ਼ ਇਤਨੇ ਮਹਾਨ ਗੁਰੂ ਨੂੰ ਛੱਡ ਬੈਠਦਾ ਹੈ, ਉਹਦਾ ਫਿਰ ਕਦੇ ਵੀ ਮੱਤ ਜਿਹੜੀ ਸ੍ਰੇਸ਼ਟ ਨਹੀਂ ਹੁੰਦੀ, ਉਹਦਾ ਜੀਵਨ ਸਫਲ ਨਹੀਂ ਹੁੰਦਾ। ਪਾਤਸ਼ਾਹ ਜੀ ਲਾਜ ਰੱਖਦੇ ਹਨ, ਮਾਲਕ ਦੇ ਚਰਨਾਂ ਦੇ ਨਾਲ ਜੁੜ ਕੇ ਜੀਵਨ ਸਫਲ ਕਰੋ ਜੀ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਹਰ ਜਗ੍ਹਾ ਤੇ ਜਿਉਂ ਕਿਉਂ ਰਾਖੇ ਦਾਸ ਪਤ ਸਭ ਵਿਘਨ ਮਿਟਾਵੈ। ਮਾਲਕ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਚਰਨਾਂ ਦੇ ਨਾਲ ਜਿਹੜਾ ਜਿਹੜਾ ਜੁੜਿਆ, ਉਹਦੇ ਵਿਘਨ, ਉਹਦੇ ਪਾਪ ਨਾਸ ਹੋਏ ਹਨ। ਮਾਲਕ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਨਾਲ ਜੁੜੋ। ਇਹ ਸਤਿਗੁਰਾਂ ਦੀ ਵਡਿਆਈ ਹੈ, ਇਹ ਗੁਰੂ ਘਰ ਦੀ ਮਹਿਮਾ ਹੈ। ਜਿਹੜਾ ਜਿਹੜਾ ਫਿਰ ਜੁੜਿਆ ਹੈ ਗੁਰੂ ਦੇ ਚਰਨਾਂ ਦੇ ਨਾਲ, ਤੇ ਸਤਿਗੁਰਾਂ ਨੇ ਲਾਜ ਰੱਖੀ ਹੈ। ਪਾਤਸ਼ਾਹ ਜੀ ਮਿਹਰ ਕਰਕੇ, ਦਇਆ ਕਰਕੇ, ਜਦੋਂ ਕੋਈ ਕਈ ਤਰ੍ਹਾਂ ਦੇ ਗੁਨਾਹਗਾਰ ਭਾਵੇਂ ਕਿੰਨੇ ਵੀ ਬੁਰੇ ਕਰਮ ਕੀਤੇ ਹੋਣ, ਆਪਾਂ ਬਚਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ। ਜਿਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਹੇ ਮਾਲਕ ਜੀ, ਤੁਸੀਂ ਡੁੱਬਦੇ ਹੋਏ ਪੱਥਰਾਂ ਨੂੰ ਤਾਰਨ ਵਾਲੇ ਹੋ। ਅਸੀਂ ਅਨੇਕਾਂ ਤਰ੍ਹਾਂ ਦੇ ਗੁਨਾਹਗਾਰ ਹਾਂ, ਸਾਡੀ ਲਾਜ ਰੱਖੋ। ਭਗਤ ਸਾਹਿਬਾਨਾਂ ਨੇ ਇੱਥੋਂ ਤੱਕ ਕਿਹਾ, ਕਹਿਣ ਲੱਗੇ ਪਰਮੇਸ਼ਰ ਦਾ ਤਾਂ ਸੁਭਾਅ ਹੀ ਇਸ ਤਰ੍ਹਾਂ ਦਾ ਹੈ। ਮਾਲਕ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹੋਏ ਭਗਤ ਸਾਹਿਬਾਨ ਕਹਿੰਦੇ ਹਨ, ਕਹਿਣ ਲੱਗੇ ਇਹ ਸਤਿਗੁਰੂ ਜੀ, ਤੁਹਾਡਾ ਤਾਂ ਸੁਭਾਅ ਇਸ ਤਰ੍ਹਾਂ ਦਾ ਹੈ, ਮੁੱਢ ਕਦੀਮਾ ਤੋਂ ਜਾਉ ਪੈ ਹਮ ਨਾ ਪਾਪ ਕਰੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਇਹ ਮਾਲਕ ਜੀ, ਜੇਕਰ ਮਨੁੱਖ ਪਾਪ ਕਰੇ ਹੀ ਨਾ, ਗੁਨਾਹ ਕਰੇ ਹੀ ਨਾ, ਤੇ ਤੁਹਾਨੂੰ ਫਿਰ ਪਤਤ ਪਾਵਨ ਕਿਸ ਨੇ ਕਹਿਣਾ ਹੈ। ਤੁਹਾਨੂੰ ਗੁਨਾਹਗਾਰਾਂ ਨੂੰ ਬਖਸ਼ਣ ਵਾਲਾ, ਪਾਪੀਆਂ ਦਾ ਉਧਾਰ ਕਰਨ ਵਾਲਾ ਕਿਹਨੇ ਕਹਿਣਾ ਹੈ। ਤੁਹਾਡਾ ਸੁਭਾਅ ਹੈ, ਕੋਈ ਕਿਤਨੇ ਵੀ ਗੁਨਾਹ ਕਰੇ, ਪਰ ਜਦੋਂ ਕੋਈ ਤੁਹਾਡੇ ਚਰਨਾਂ ਦੇ ਵਿੱਚ ਆ ਕੇ ਝੁਕਦਾ ਹੈ, ਬੇਨਤੀ ਕਰਦਾ ਹੈ, ਤੁਸੀਂ ਲਾਜ ਜ਼ਰੂਰ ਰੱਖਦੇ ਹੋ, ਉਹਨਾਂ ਦੇ ਪਰਦੇ ਢੱਕਦੇ ਹੋ। ਤੇ ਬਾਬਾ ਬਿਧੀ ਚੰਦ ਜੀ ਨੇ ਫੇਰਾ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਬੈਠ ਕੇ ਗੁਰੂ ਕੇ ਮਹਿਲ ਮਾਤਾ ਮਰਵਾਹੀ ਜੀ ਤੇ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਹੈ, ਹੇ ਬਾਬਾ ਬਿਧੀ ਚੰਦ ਜੀ, ਪਿਛਲਾ ਜੀਵਨ ਤੁਹਾਡਾ ਕਿਸ ਤਰ੍ਹਾਂ ਦਾ ਸੀਗਾ ਤੇ ਕਿਵੇਂ ਗੁਰੂ ਅਰਜਨ ਦੇਵ ਦੇ ਚਰਨਾਂ ਦੇ ਨਾਲ ਤੁਸੀਂ ਜੁੜੇ ਸੀਗੇ। ਬਾਬਾ ਬਿਧੀ ਚੰਦ ਜੀ ਨੇ ਇੱਕ ਫਿਰ ਗੱਲ ਸੁਣਾਈ ਹੈ, ਕਿਸ ਤਰ੍ਹਾਂ ਦਾ ਮੇਰਾ ਜੀਵਨ ਸੀਗਾ ਤੇ ਕਿਵੇਂ ਬਾਬਾ ਅਦਲੀ ਜੀ ਦੀ ਸੰਗਤ ਕਰਕੇ, ਉਹਨਾਂ ਦੇ ਬਚਨਾਂ ਦੇ ਮੁਤਾਬਕ ਚੱਲ ਕੇ, ਸੰਗਤ ਵਿੱਚ ਬੈਠ ਕੇ ਮੇਰਾ ਭਲਾ ਹੋ ਗਿਆ ਸੀ, ਮੇਰਾ ਪਰਦਾ ਢੱਕਿਆ ਗਿਆ ਸੀ। ਮੇਰੀ ਲਾਜ ਗੁਰੂ ਕੇ ਪਿਆਰੇ ਸਿੱਖ ਨੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਚਰਨਾਂ ਦੇ ਨਾਲ ਧਿਆਨ ਜੋੜਨ ਕਰਕੇ ਰੱਖ ਲਈ ਸੀਗੀ। ਇਸੇ ਤਰ੍ਹਾਂ ਬਾਬਾ ਬਿਧੀ ਚੰਦ ਜੀ ਨੇ ਸਾਰੀ ਫਿਰ ਆਪਣੇ ਜੀਵਨ ਦੀ ਵਾਰਤਾ ਸੁਣਾਈ ਹੈ। ਉੱਥੇ ਸਤਿਗੁਰਾਂ ਦੇ ਮਹਿਲ ਦਾਸ ਸੇਵਕ ਸੁਣ ਕੇ ਪ੍ਰਸੰਨ ਹੋਏ ਔਰ ਸਾਹਿਬ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਘਰ ਦੀ ਮਹਿਮਾ ਕੀਤੀ ਹੈ। ਆਪਾਂ ਵੀ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਵਿੱਚ ਬੈਠੇ ਹਾਂ। ਬਾਬਾ ਬਿਧੀ ਚੰਦ ਜੀ ਦੇ ਜੀਵਨ ਤੋਂ ਇਹ ਪ੍ਰੇਰਨਾ ਮਿਲਦੀ ਹੈ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਇਹ ਭਾਈ ਠੀਕ ਹੈ, ਕਈ ਤਰ੍ਹਾਂ ਦੇ ਅਸੀਂ ਗੁਨਾਹ, ਪਾਪ, ਛਲ, ਕਪਟ, ਚੋਰੀ ਕਰਦੇ ਹਾਂ, ਪਰ ਗੁਰੂ ਕੇ ਚਰਨਾਂ ਦੇ ਵਿੱਚ ਆਏ ਹਾਂ ਤੇ ਇਹ ਉਹੀ ਦੁਆਰਾ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦਾ ਹੈ, ਜਿਸ ਸਤਿਗੁਰਾਂ ਦਾ ਧਿਆਨ ਕਦੇ ਬਾਬਾ ਬਿਧੀ ਚੰਦ ਜੀ ਨੇ ਜੋੜਿਆ ਤੇ ਉਹਨਾਂ ਦੀ ਲਾਜ ਚੋਲੇ ਨਗਰ ਦੇ ਵਿੱਚ ਬੈਠਿਆਂ ਸਾਹਿਬ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਰੱਖਦੇ ਹਨ। ਅਸੀਂ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠੇ ਹਾਂ। ਪ੍ਰਣ ਕਰੀਏ, ਗਰੀਬ ਨਿਵਾਜ ਸਤਿਗੁਰੂ ਜੀ ਮਿਹਰ ਕਰੋ, ਕਿਰਤ ਵਿਰਤ ਕਰਨ ਦਾ ਬਲ ਬਖਸ਼ਿਸ਼ ਕਰੋ ਤੇ ਗੁਨਾਹਾਂ ਦੀ ਮੁਆਫੀ ਬਖਸ਼ੋ। ਸਮਾਂ ਸਮਾਪਤ ਹੈ। ਇਸ ਤੋਂ ਅਗਲੇਰਾ ਪ੍ਰਸੰਗ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਅੱਜ ਦਾ ਜਿਹੜਾ ਦਿਨ ਹੈ ਬੜਾ ਮਹਾਨ ਹੈ, ਕਿਉਂਕਿ ਅੱਜ ਵਾਲੇ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਬਰਸ਼ੀ ਹੈ। ਅੱਜ ਵਾਲੇ ਦਿਨ ਕੱਲ੍ਹ ਉਹਨਾਂ ਦੇ ਸਰੀਰ ਦਾ ਚਲਾਣਾ ਹੋਇਆ ਸੀਗਾ, ਅੱਜ ਅੰਤਮ ਕਿਰਿਆ ਹੋਈ ਸੀਗੀ। ਅਤੇ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪਾਂ ਮਹਾਰਾਜਾ ਰਣਜੀਤ ਸਿੰਘ, ਜਿਵੇਂ ਉਹਨਾਂ ਨੇ ਸਿੱਖ ਰਾਜ ਜਿਹੜਾ ਉਹ ਸਵਾਰਿਆ ਬਣਾਇਆ,
ਤੇ ਸਿੱਖ ਰਾਜ ਸਥਾਪਿਤ ਕੀਤਾ। ਤੇ ਕੁਛ ਉਹਨਾਂ ਦੇ ਗੁਣ, ਉਹਨਾਂ ਦਾ ਜੀਵਨ ਅਸੀਂ ਗੁਰੂ ਕੀ ਸੰਗਤ ਵਿੱਚ ਬੈਠ ਕੇ ਸਰਵਣ ਕਰਾਂਗੇ। ਔਰ ਕਿਉਂਕਿ ਬਹੁਤ ਵੱਡੀ ਗੱਲ ਹੈ, ਉਹਨਾਂ ਤੋਂ ਬਾਅਦ ਅਜੇ ਤੱਕ ਸਿੱਖ ਧਰਮ ਨੂੰ ਉਹ ਜਿਹਾ ਬਾਦਸ਼ਾਹ ਨਹੀਂ ਪ੍ਰਾਪਤ ਹੋਇਆ ਹੈ। ਤੇ ਸਿੱਖ ਵਾਰ-ਵਾਰ ਮੰਗ ਵੀ ਕਰਦੇ ਹਨ, ਇੱਛਾ ਵੀ ਰੱਖਦੇ ਹਨ, ਪਰ ਇਹੋ ਜਿਹਾ ਮਰਦ ਸੰਸਾਰ ਦੇ ਵਿੱਚ ਵਾਰ-ਵਾਰ ਨਹੀਂ ਜੰਮਦਾ ਜਿਨ੍ਹਾਂ ਨੇ ਸਿੱਖ ਧਰਮ ਵਾਸਤੇ ਇੱਕ ਤਾਂ ਰਾਜ ਸਥਾਪਿਤ ਕੀਤਾ, ਇੱਕ ਬਹੁਤ ਵੱਡੀਆਂ ਸੇਵਾਵਾਂ ਵੀ ਗੁਰੂ ਘਰ ਦੀਆਂ ਕੀਤੀਆਂ। ਇਸ ਕਰਕੇ ਉਹਨਾਂ ਦਾ ਜੀਵਨ ਸਾਂਝਾ ਕਰਨਾ ਸੰਗਤ ਵਿੱਚ ਬਣਦਾ ਹੈ। ਕੱਲ੍ਹ ਦੇ ਸਮੇਂ ਦੇ ਵਿੱਚ ਅਸੀਂ ਕੁਛ ਬਚਨ ਸਰਵਣ ਕਰਾਂਗੇ ਜੀ। ਆਓ ਭਾਵਨਾ ਸਹਿਤ ਸਾਰੀ ਸੰਗਤ ਉਚਾਰਨ ਕਰੋ ਜੀ। ਵਾਹਿਗੁਰੂ 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 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। हे ਗੋਬਿੰਦ हे ਗੋਪਾਲ हे ਦਇਆਲ ਲਾਲ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। हे ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾਭਿਆਨ ਨਾਨਕ ਪਾਰਿ ਉਤਾਰ। ਆਈ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।